मैं पढ़ दिनी पास्टर जी। go ahead. दाऊद दा साउल तो फरार होना। तद दाऊद नोब दे प्रोहत अही मलक कोल गया। उसनों देख के अही मलक डर गया ਅਤੇ ਪੁੱਛਿਆ, ਤੂੰ ਇੱਥੇ ਇਕੱਲਾ ਕਿਉਂ ਆਇਆ ਹੈ? ਦਾਊਦ ਨੇ ਉੱਤਰ ਦਿੱਤਾ, ਮੈਨੂੰ ਰਾਜਾ ਨੇ ਕਿਸੇ ਖਾਸ ਕੰਮ ਲਈ ਘੱਲਿਆ ਹੈ। ਉਸ ਦੀ ਆਗਿਆ ਹੈ ਕਿ ਇਸ ਕੰਮ ਬਾਰੇ ਕੋਈ ਨਾ ਜਾਣੇ। ਇਸ ਲਈ ਮੈਂ ਆਪਣੇ ਆਦਮੀਆਂ ਨੂੰ ਕਿਸੇ ਥਾਂ ਤੇ ਬਿਠਾ ਕੇ ਆਇਆ ਹਾਂ। ਤੇਰੇ ਕੋਲ ਕੁਝ ਖਾਣ ਲਈ ਹੈ? ਤੂੰ ਮੈਨੂੰ 5 ਰੋਟੀਆਂ ਜਾਂ ਕੁਝ ਹੋਰ ਹੈ ਤਾਂ ਦੇ। ਪ੍ਰੋਹਤ ਨੇ ਉੱਤਰ ਦਿੱਤਾ, ਮੇਰੇ ਕੋਲ ਸਧਾਰਨ ਰੋਟੀ ਨਹੀਂ ਹੈ, ਕੇਵਲ ਪਵਿੱਤਰ ਰੋਟੀ ਹੈ। ਜੇਕਰ ਤੇਰੇ ਆਦਮੀ ਪਿਛਲੇ ਥੋੜੇ ਚਿਰ ਤੋਂ ਔਰਤ ਕੋਲ ਨਹੀਂ ਗਏ ਅਤੇ ਸ਼ੁੱਧ ਹਨ ਤਾਂ ਉਹ ਇਹ ਖਾ ਸਕਦੇ ਹਨ। ਦਾਊਦ ਨੇ ਉੱਤਰ ਦਿੱਤਾ, ਉਹ ਸ਼ੁੱਧ ਹਨ। ਅਸੀਂ ਤਾਂ ਹਮੇਸ਼ਾ ਸਧਾਰਨ ਸਫ਼ਰ ਤੇ ਜਾਣ ਵੇਲੇ ਵੀ ਸ਼ੁੱਧ ਰਹਿੰਦੇ ਹਾਂ, ਤਾਂ ਫਿਰ ਇਸ ਖਾਸ ਸਫ਼ਰ ਵਿੱਚ ਤਾਂ ਅਸੀਂ ਹੋਰ ਵੀ ਸ਼ੁੱਧ ਹਾਂ। ਸੋ ਉਸ ਦਿਨ ਪ੍ਰੋਹਤ ਨੇ ਦਾਊਦ ਨੂੰ ਪਵਿੱਤਰ ਰੋਟੀਆਂ ਜੋ ਪਰਮੇਸ਼ਰ ਸਾਹਮਣੇ ਭੇਟ ਕੀਤੀਆਂ ਗਈਆਂ ਦਿੱਤੀਆਂ ਸਨ, ਕਿਉਂਕਿ ਉਸ ਸਮੇਂ ਉੱਥੇ ਆਮ ਰੋਟੀਆਂ ਨਹੀਂ ਸਨ। ਦਾਊਦ ਨੂੰ ਦੇਣ ਦੇ ਪਿੱਛੋਂ ਪ੍ਰੋਹਤ ਨੇ ਤਾਜ਼ੀਆਂ ਰੋਟੀਆਂ ਪਵਿੱਤਰ ਮੇਜ਼ ਉੱਤੇ ਰੱਖ ਦਿੱਤੀਆਂ। ਉਸ ਦਿਨ ਸਾਊਲ ਦਾ ਪ੍ਰਮੁੱਖ ਪਸ਼ੂ ਚਾਰਨ ਵਾਲਾ ਅਦੋਮ ਦਾ ਰਹਿਣ ਵਾਲਾ ਦੋਏਗ ਉੱਥੇ ਸੀ, ਜੋ ਆਪਣੀ ਕੋਈ ਸੁਖਣਾ ਪੂਰੀ ਕਰਨ ਲਈ ਉੱਥੇ ਠਹਿਰਿਆ ਹੋਇਆ ਸੀ। ਦਾਊਦ ਨੇ ਅਹੀ ਮਲਕ ਪ੍ਰੋਹਤ ਨੂੰ ਪੁੱਛਿਆ, ਕੀ ਤੇਰੇ ਕੋਲ ਇੱਥੇ ਕੋਈ ਬਰਸ਼ਾ ਜਾਂ ਤਲਵਾਰ ਹੈ? ਮੈਂ ਰਾਜਾ ਦੇ ਇਸ ਜ਼ਰੂਰੀ ਕੰਮ ਲਈ ਆਉਣ ਲੱਗਿਆਂ ਕੋਈ ਹਥਿਆਰ ਆਪਣੇ ਨਾਲ ਲਿਆਉਣਾ ਭੁੱਲ ਗਿਆ ਹਾਂ। ਇਹੀ ਮਲਕ ਨੇ ਉੱਤਰ ਦਿੱਤਾ, ਫਿਲਿਸਤੀ ਗਲਾਇਤ ਦੀ ਤਲਵਾਰ ਇੱਥੇ ਕੱਪੜੇ ਵਿੱਚ ਲਪੇਟੀ ਇਫੋਦ ਦੇ ਪਿੱਛੇ ਪਈ ਹੈ, ਜਿਸ ਨੂੰ ਤੂੰ ਏਲਾ ਦੀ ਵਾਦੀ ਵਿੱਚ ਮਾਰਿਆ ਸੀ। ਜੇਕਰ ਤੂੰ ਚਾਹੇ ਤਾਂ ਉਹ ਲੈ ਸਕਦਾ ਹੈ, ਕਿਉਂਕਿ ਹੋਰ ਕੋਈ ਹਥਿਆਰ ਇੱਥੇ ਨਹੀਂ ਹੈ। ਦਾਊਦ ਨੇ ਉੱਤਰ ਦਿੱਤਾ, ਉਸ ਵਰਗਾ ਹੋਰ ਹਥਿਆਰ ਹੈ ਹੀ ਕਿਹੜਾ? ਤੂੰ ਉਹੀ ਮੈਨੂੰ ਦੇ ਦੇ। ਸੋ ਦਾਊਦ ਉਸ ਦਿਨ ਨੱਠ ਕੇ ਗਥ ਦੇ ਰਾਜਾ ਅਕੀਸ਼ ਕੋਲ ਚਲਾ ਗਿਆ। ਰਾਜਾ ਦੇ ਦਰਬਾਰੀਆਂ ਨੇ ਉਸਨੂੰ ਕਿਹਾ, ਕਿ ਇਹ ਆਪਣੇ ਦੇਸ਼ ਦਾ ਰਾਜਾ ਨਹੀਂ, ਜਿਸ ਬਾਰੇ ਔਰਤਾਂ ਨੇ ਨੱਚਦੇ ਸਮੇਂ ਗਾਇਆ ਸੀ, ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10,000 ਤੇ ਭਾਰੂ ਪਿਆ ਹੈ। ਪਰ ਦਾਊਦ ਇਹ ਗੱਲਾਂ ਸੁਣ ਕੇ ਘਬਰਾ ਗਿਆ ਅਤੇ ਉਹ ਰਾਜਾ ਅਕੀਸ਼ ਤੋਂ ਡਰਨ ਲੱਗਾ। ਇਸ ਲਈ ਉਹ ਜਾਣ ਬੁੱਝ ਕੇ ਰਾਜਾ ਦੇ ਦਰਬਾਰੀਆਂ ਸਾਹਮਣੇ ਪਾਗਲ ਬਣ ਗਿਆ। ਉਹ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਸੀ, ਅਰਥਾਤ ਡਿਉੜੀ ਦੇ ਬੂਹਿਆਂ ਉੱਤੇ ਲੀਕ ਮਾਰਦਾ ਅਤੇ ਆਪਣੀ ਦਾੜੀ ਉੱਤੇ ਲਾਲਾਂ ਵਗਾਉਂਦਾ ਸੀ। ਤਦ ਰਾਜਾ ਨੇ ਆਪਣੇ ਦਰਬਾਰੀਆਂ ਨੂੰ ਕਿਹਾ, ਇਹ ਮਨੁੱਖ ਤਾਂ ਪਾਗਲ ਹੈ, ਤੁਸੀਂ ਇਸ ਨੂੰ ਮੇਰੇ ਕੋਲ ਕਿਉਂ ਲਿਆਏ ਹੋ? ਮੇਰੇ ਕੋਲ ਅੱਗੇ ਪਾਗਲਾਂ ਦਾ ਘਾਟਾ ਹੈ, ਤੁਸੀਂ ਮੈਨੂੰ ਚੜਾਉਣ ਲਈ ਇੱਕ ਹੋਰ ਪਾਗਲ ਕਿਉਂ ਲੈ ਆਏ ਹੋ? ਇਸ ਤਰ੍ਹਾਂ ਦਾ ਆਦਮੀ ਮੇਰੇ ਘਰ ਅੰਦਰ ਨਹੀਂ ਆ ਸਕਦਾ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਦਾਊਦ ਨੂੰ ਉੱਥੋਂ ਹੁਣ ਦੌੜਾ ਔਰ ਉਹ ਗਥ ਦੇ ਇਲਾਕੇ ਨੂੰ ਦੌੜ ਗਿਆ। ਕੱਲ ਨੂੰ ਅਸੀਂ ਦੇਖਾਂਗੇ, ਮੈਪ ਕੱਲ ਨੂੰ ਦੇਖਾਂਗੇ। ਕੱਲ ਨੂੰ ਮੈਂ ਇਸੇ ਕੰਪਿਊਟਰ ਦੇ ਉੱਤੇ ਸਾਰਾ ਕੁਝ ਲੋਡ ਕਰ ਦੂੰਗਾ ਤੇ ਉਸਨੂੰ ਜਿਹੜਾ ਫਲਸਤੀਆਂ ਦਾ ਇਲਾਕਾ ਜਿੱਥੋਂ ਗਥ ਸੀ, ਗਥ ਦੇ ਇਲਾਕੇ ਤੋਂ ਹੀ ਜਿਹੜਾ ਗੋਲੀਆ ਔਰ ਗੋਲਾਇਥ ਜਿਹੜਾ ਸੀ ਉਹ ਉੱਥੋਂ ਹੀ ਆਇਆ ਸੀ। ਸੋ ਦਾਊਦ ਉੱਥੋਂ ਯਹੂਦਾ ਦੇ ਇਲਾਕੇ ਚੋਂ ਦੌੜਦਾ ਹੋਇਆ ਬੈਤਲਹਮ ਦੇ ਇਲਾਕੇ ਦੇ ਵਿੱਚ ਨਿਕਲਦਾ ਹੋਇਆ ਉਹ ਸਿੱਧਾ ਜਾ ਕੇ ਗਥ ਦੇ ਇਲਾਕੇ ਦੇ ਵਿੱਚ ਚਲਾ ਗਿਆ। ਸੋ ਉੱਥੇ ਜਿਸ ਲਿਆ ਕਿ ਅੱਜ ਕੱਲ ਉਸਨੂੰ ਗਾਜ਼ਾ ਕਿਹਾ ਜਾਂਦਾ, ਗਾਜ਼ਾ ਦੀ ਪੱਟੀ ਕਿਹਾ ਜਾਂਦਾ। ਸੋ ਜਿਸਲੇ ਉਹ ਉਸ ਇਲਾਕੇ ਦੇ ਵਿੱਚ ਚਲਾ ਗਿਆ ਤਾਂ ਉੱਥੇ ਦੇ ਜਿਹੜੇ ਉੱਥੇ ਜਾਣ ਤੋਂ ਪਹਿਲਾਂ ਜਿਹੜੀ ਚੀਜ਼ ਹੋਈ ਹੈ, ਮੇਨ ਚੀਜ਼ ਮੈਂ ਛੱਡ ਗਿਆ। ਮੇਨ ਚੀਜ਼ ਇੱਥੇ ਇਹ ਹੋਈ ਆ ਕਿ ਪ੍ਰਭੂ ਦੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਦੇ ਮੰਦਿਰ ਦੇ ਅੰਦਰ ਜਿਹੜੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਸੀ ਔਰ ਪ੍ਰਭੂ ਦੇ ਮੰਦਿਰ ਦੇ ਅੰਦਰ ਜਿਹੜੀ ਪਵਿੱਤਰ ਰੋਟੀ ਹਰ ਵੇਲੇ ਰੱਖੀ ਜਾਂਦੀ ਸੀ, ਉਹ ਸਿਵਾਏ ਪ੍ਰੋਤਾਂ ਤੋਂ ਹੋਰ ਕੋਈ ਨਹੀਂ ਸੀ ਖਾ ਸਕਦਾ। ਔਰ ਉਹ ਵੀ ਉਹ ਉੱਥੇ ਅੰਦਰ ਹੀ ਖਾ ਸਕਦੇ ਸੀ, ਉਸਨੂੰ ਬਾਹਰ ਨਹੀਂ ਸੀ ਲਿਆ ਸਕਦੇ, ਉੱਥੇ ਅੰਦਰ ਹੀ ਖਾ ਸਕਦੇ ਸੀ। ਲੇਕਿਨ ਜਿਸ ਵੇਲੇ ਦਾਊਦ ਨੇ ਪੁੱਛਿਆ ਕਿ ਤੇਰੇ ਕੋਲ ਖਾਣ ਦੇ ਲਈ ਕੁਛ ਹੈ, ਉਸਨੇ ਕਿਹਾ ਮੇਰੇ ਤੋਂ ਸਿਰਫ ਪਵਿੱਤਰ ਰੋਟੀ ਆ, ਉਹ ਤਾਂ ਪ੍ਰੋਤਾਂ ਤੋਂ ਸਿਵਾਏ ਹੋਰ ਕੋਈ ਖਾ ਨਹੀਂ ਸਕਦਾ, ਪਰ ਜੇ ਤੂੰ ਖਾਣਾ ਮੰਗਦਾ ਹੈ ਤੇ ਮੈਂ ਤੈਨੂੰ ਦੇ ਦੇਵਾਂ। ਉਸਨੇ ਕਿਹਾ ਮੈਨੂੰ ਉਹ ਹੀ ਦੇ। ਔਰ ਪ੍ਰਭੂ ਦੀ ਸਜ਼ਾ ਉਹਦੇ ਉੱਤੇ ਨਹੀਂ ਆਈ। ਕਿਉਂ? ਕਿਉਂਕਿ ਉਹ ਲਹੂ ਜੋ ਪ੍ਰਭੂ ਯਿਸੂ ਮਸੀਹ ਦਾ ਸੀ, ਜੋ ਉਹ ਵਾਅਦੇ ਦਾ ਲਹੂ ਜੋ ਬਹਾਇਆ ਜਾਣਾ ਸੀ, ਉਹ ਦਾਊਦ ਦੇ ਅੰਦਰ ਸੀ। ਸੋ ਉਹ ਜਿਹੜੀਆਂ ਰੋਟੀਆਂ ਦੀ ਜਿਹੜੀ ਭੇਂਟ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਉਸਦੇ ਪੁੱਤਰ ਨੂੰ ਦਿੱਤੀ ਗਈ।
और इस करके वो रोटियां वो खा के जा सकिया और उसके उत्ते पाप नहीं आया, उसका पाप नहीं आया। इसलिए प्रभु यीशु मसीह ने उन्होंने पूछा सी कि दाऊद ने पवित्र रोटियां खादियां और फिर भी वो अपवित्र रहा, वो किस तरह रहा? उन्होंने कोई खास जवाब नहीं दिता उस चीज का। उन्होंने इन्ना पता सी क्योंकि जिहड़ा मसाया आ, जिहड़ा मसीहा आ, वो दाऊद दे कुल दे विच होना, इस करके उसको खा सके। उसका सिंपल आंसर ये हुई सी। सो जिसलिए ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤੇ ਉਸਨੇ ਉਹ ਰੋਟੀਆਂ ਉਸ ਨੂੰ ਦੇ ਦਿੱਤੀਆਂ। ਉਸ ਦਾ ਆਟਾ ਵੀ ਵੱਖਰਾ ਰੱਖਿਆ ਜਾਂਦਾ ਸੀ, ਮਹੀਨ ਪੀਸਿਆ ਆਟਾ ਰੱਖਿਆ ਜਾਂਦਾ ਸੀ, ਉਹ ਵੀ ਵੱਖਰਾ ਰੱਖਿਆ ਜਾਂਦਾ ਸੀ। ਸੋ ਉਹਨਾਂ ਨੇ ਉਸੇ ਉਹ ਰੋਟੀਆਂ ਉਹਨੂੰ ਦੇ ਦਿੱਤੀਆਂ, ਉਸੇ ਵੇਲੇ ਤਾਜ਼ੀਆਂ ਰੋਟੀਆਂ ਬਣਾ ਕੇ ਤਾਂ ਉਸ ਟੇਬਲ ਦੇ ਉੱਤੇ ਰੱਖ ਦਿੱਤੀਆਂ। ਸੋ ਉਸ ਤੋਂ ਬਾਅਦ ਉਸਨੇ ਪੁੱਛਿਆ ਕਿ ਤੇਰੇ ਕੋਲ ਕੋਈ ਹਥਿਆਰ ਹੈ? ਉਸਨੇ ਕਿਹਾ ਕਿ ਮੇਰੇ ਕੋਲ ਤਾਂ ਇੱਕ ਗੁਲਾਇਤ ਦੀ ਤਲਵਾਰ ਆ ਜਿਹੜੀ ਜਿਸ ਦੇ ਨਾਲ ਤੂੰ ਉਸਨੂੰ ਮਾਰਿਆ ਸੀ। ਉਸ ਤੋਂ ਸਿਵਾਏ ਤਾਂ ਹੋਰ ਕੁਛ ਵੀ ਨਹੀਂ ਰੱਖੇ, ਕੋਈ ਹਥਿਆਰ ਨਹੀਂ ਅਸੀਂ ਰੱਖਦੇ। ਉਸਨੇ ਕਿਹਾ ਮੈਨੂੰ ਦੇ ਦੇ। ਉਹ ਤੋਂ ਵਧੀਆ ਹੋਰ ਕਿਹੜੀ ਚੀਜ਼ ਹੋ ਸਕਦੀ? ਅਜੀਬ ਚੀਜ਼ ਇਹ ਹੈ ਕਿ ਗੁਲਾਇਤ ਦੀ ਤਲਵਾਰ ਨੂੰ ਲੈ ਕੇ ਜਿੱਥੇ ਗੁਲਾਇਤ ਰਹਿੰਦਾ ਸੀ, ਜਿੱਥੇ ਦਾ ਗੁਲਾਇਤ ਸੀ, ਉਸੇ ਇਲਾਕੇ ਵੱਲ ਨੂੰ ਜਾ ਰਿਹਾ ਪ੍ਰਭੂ ਲੈ ਕੇ ਗਿਆ। ਔਰ ਜਿਸ ਲਈ ਉਹ ਦਰਬਾਰੀਆਂ ਨੇ ਦੇਖਿਆ, ਉਹਨਾਂ ਨੇ ਕਿਹਾ ਕਿ ਇਹ ਉੱਥੇ ਦਾ ਰਾਜਾ ਨਹੀਂ, ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਸਾਊਲ ਰਾਜਾ ਤੇ ਦਾਊਦ ਰਾਜਾ, ਉਹਨਾਂ ਨੂੰ ਕੋਈ ਫਰਕ ਨਹੀਂ। ਇਹ ਉੱਥੇ ਦਾ ਰਾਜਾ ਨਹੀਂ, ਜਿਸ ਲਈ ਕਿਹਾ ਗਿਆ ਸੀ ਕਿ ਸਾਊਲ ਨੇ 1000 ਮਾਰੇ, ਇਹਨੇ 10,000 ਮਾਰੇ। ਉਹ ਕਹਿੰਦੇ ਕਿ ਹਾਂ ਲੱਗਦਾ ਥੋੜੇ ਵਰਗਾ ਹੀ। ਉਸਨੇ ਦੇਖਿਆ ਕਿ ਇਹ ਰਾਜਾ ਅਕੀਸ਼ ਜਿਹੜਾ ਇਸਨੇ ਮੈਨੂੰ ਮਰਵਾ ਦਿੱਤਾ। ਵਿਚਾਰਾ ਮੌਤ ਤੋਂ ਦੌੜ ਆਇਆ, ਅੱਗੇ ਦੇਖੋ ਕਿਹੜੇ ਕਿੱਥੇ ਕਿਹੜੀ ਹਨੇਰੀ ਜਗ੍ਹਾ ਤੇ ਮੁੜ ਕੇ ਫਿਰ ਜਾ ਰਿਹਾ। ਪ੍ਰਭੂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਦੀ ਕੱਢਦਾ ਪਿਆ। ਪ੍ਰਭੂ ਨੇ ਦਾਊਦ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਦੀ ਕੱਢਿਆ। ਔਰ ਜਿਸ ਲਈ ਪ੍ਰਭੂ ਇਹਨਾਂ ਚੀਜ਼ਾਂ ਦੇ ਵਿੱਚ ਦੀ ਕੱਢਦਾ ਸੀ, ਉਹਦਾ ਵਿਸ਼ਵਾਸ ਪ੍ਰਭੂ ਤੇ ਉਨਾ ਹੀ ਹੋਰ ਬਣ ਜਾਂਦਾ ਸੀ। ਦੁੱਖਾਂ ਦੇ ਵਿੱਚ ਦੀ ਕੱਢਦਾ ਸੀ ਪ੍ਰਭੂ ਉਸਨੂੰ, ਔਰ ਉਹਨਾਂ ਦੁੱਖਾਂ ਦੇ ਵਿੱਚ ਦੀ ਲੰਘਦਾ ਹੋਇਆ ਉਹ ਪ੍ਰਭੂ ਦੇ ਲਈ, ਪ੍ਰਭੂ ਦੀ ਇੱਕ ਜ਼ਬੂਰ ਅਸੀਂ ਪੜ੍ਹਨਾ ਜਿਹਦੇ ਵਿੱਚ ਉਹ ਪ੍ਰਭੂ ਨੂੰ ਸਵਾਲ ਕਰਦਾ ਪਿਆ, ਤੂੰ ਕਿੱਥੇ ਆ? ਦੂਜਾ ਜ਼ਬੂਰ ਪੜ੍ਹਨਾ ਉਹ ਉਹਨੂੰ ਬਰਕਤ ਦੇ ਰਿਹਾ। ਸੋ ਉਸਨੇ ਉਹ ਪਾਗਲਾਂ ਵਰਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿੰਦਾ ਲੈ ਜਾ ਇਹਨਾਂ ਨੂੰ ਇੱਥੋਂ, ਇਹਨੇ ਹਾਲਾਤ ਮਾਰੇ, ਇਹ ਤਾਂ ਪਾਗਲ ਆ, ਅੱਗੇ ਮੇਰੇ ਕੋਲ ਪਾਗਲਾਂ ਦਾ ਘਾਟਾ ਹੈ, ਤੁਸੀਂ ਇੱਕ ਹੋਰ ਨੂੰ ਲੈ ਆਏ। ਸੋ ਇਸ ਤਰ੍ਹਾਂ ਉਸ ਮਹਿਲ ਦੇ ਵਿੱਚੋਂ ਉਹ ਉੱਥੋਂ ਬਚ ਕੇ ਨਿਕਲ ਗਿਆ। ਸੋ ਆਓ ਅੱਗੇ ਚੱਲੀਏ। ਅਸੀਂ 22 ਚੈਪਟਰ ਦੇ ਵਿੱਚ ਆ ਗਏ ਹਾਂ, ਔਰ 22 ਚੈਪਟਰ ਦੇ ਵਿੱਚ ਤੋਂ ਪਹਿਲਾਂ ਅਸੀਂ ਜ਼ਬੂਰ 34 ਦੇਖਾਂਗੇ। Psalm 34। ਮੈਂ ਪੜ੍ਹਦਾ ਪਾਸਟਰ ਜੀ। ਸੋ ਅਗਰ ਅਸੀਂ ਇਹ ਦੇਖੀਏ ਤਾਂ ਇਹਦੇ ਵਿੱਚ ਦੱਸਿਆ ਹੈ ਕਿ ਦਾਊਦ ਦਾ ਭਜਨ ਜੋ ਉਸਨੇ ਅਬੀਮਲਕ ਦੇ ਸਾਹਮਣੇ ਝੂਠੇ ਪਾਗਲਪਨ ਦੇ ਰੂਪ ਦੇ ਵਿੱਚ ਗਾਇਆ ਸੀ, ਇਸ ਤੇ ਅਬੀਮਲਕ ਨੇ ਦਾਊਦ ਨੂੰ ਬਾਹਰ ਕੱਢ ਦਿੱਤਾ। ਰਾਜੇ ਦਾ ਨਾਂ ਅਬੀਮਲਕ ਸੀ, ਸੋ ਅਕੀਸ਼ ਦਾ ਰਾਜੇ ਦਾ ਨਾਂ ਅਬੀਮਲਕ ਸੀ। ਸੋ ਇਹ ਜ਼ਬੂਰ ਉਹਨੇ ਉੱਥੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਦੇ ਵਿੱਚ ਗਾਇਆ, ਜਿਸ ਲਈ ਪ੍ਰਭੂ ਨੇ ਉਸਨੂੰ ਬਚਾ ਦਿੱਤਾ। ਪ੍ਰਭੂ ਨੇ ਆਪੇ ਹੀ ਉਸਨੂੰ ਬੁੱਧ ਦਿੱਤੀ, ਤੈਨੂੰ ਕੀ ਕਰਨਾ ਚਾਹੀਦਾ, ਔਰ ਪ੍ਰਭੂ ਆਪ ਹੀ ਉਸਨੂੰ ਬਚਾ ਕੇ ਉੱਥੋਂ ਲੈ ਗਿਆ। ਸੋ ਕਿਉਂਕਿ ਹਾਲੇ ਤੱਕ ਪ੍ਰਭੂ ਨੇ ਉਸਨੂੰ ਲੋ ਪ੍ਰੋਫਾਈਲ ਦੇ ਵਿੱਚ ਰੱਖਣਾ, ਉਸਨੇ ਇਹ ਲੁਕਣ ਦਾ ਸਮਾਂ ਹੈ, ਇਹ ਸਮਾਂ ਲੋਕਾਂ ਨੂੰ ਇਕੱਠੇ ਕਰਨ ਦਾ ਹੈ। ਬਹੁਤ ਸਾਰੇ ਲੋਕ ਪ੍ਰਭੂ ਦੇ ਉਹਦੇ ਨਾਲ ਇਕੱਠੇ ਹੋ ਜਾਣੇ ਆ। ਸੋ ਆਓ ਅਸੀਂ ਇਸ ਦੀਆਂ 22 ਆਇਤਾਂ ਜੀ, ਆਓ ਅਸੀਂ ਮੈਂ ਪੜ੍ਹਦਾ ਪਾਸਟਰ ਜੀ। ਹਾਂਜੀ, ਗੋ ਹੈਡ ਮੇਰੇ। ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ, ਮੇਰਾ ਮੂੰਹ ਸਦਾ ਉਸ ਦੀ ਮਹਿਮਾ ਕਰੇਗਾ। ਮੇਰਾ ਮਨ ਹਮੇਸ਼ਾ ਉਸ ਦੀ ਵਡਿਆਈ ਕਰੇਗਾ ਕਿ ਸਭ ਦੁਖਿਆਰੇ ਇਹ ਸੁਣ ਅਤੇ ਆਨੰਦਿਤ ਹੋਣ। ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ, ਅਸੀਂ ਸਾਰੇ ਮਿਲ ਕੇ ਉਸ ਦੇ ਨਾਂ ਨੂੰ ਉੱਚਾ ਕਰੀਏ। ਮੈਂ ਪ੍ਰਭੂ ਨੂੰ ਪੁਕਾਰਿਆ ਅਤੇ ਉਸਨੇ ਮੈਨੂੰ ਉੱਤਰ ਦਿੱਤਾ। ਉਸਨੇ ਮੈਨੂੰ ਮੇਰੇ ਸਭ ਡਰਾਂ ਤੋਂ ਛੁਟਕਾਰਾ ਦਿੱਤਾ। ਜਿਨ੍ਹਾਂ ਨੇ ਉਸ ਤੇ ਧਿਆਨ ਕੀਤਾ ਉਹਨਾਂ ਚਾਨਣਾ ਪ੍ਰਾਪਤ ਕੀਤਾ, ਉਹ ਕਦੀ ਸ਼ਰਮਿੰਦਿਆਂ ਨਹੀਂ ਹੋਣਗੇ। ਇਸ ਗਰੀਬੜੇ ਨੇ ਪ੍ਰਭੂ ਨੂੰ ਪੁਕਾਰਿਆ ਅਤੇ ਉਸਨੇ ਇਸ ਦੀ ਸੁਣੀ। ਪ੍ਰਭੂ ਨੇ ਉਸ ਨੂੰ ਸਭ ਦੁੱਖਾਂ ਤੋਂ ਛੁਟਕਾਰਾ ਦਿੱਤਾ। ਉਸ ਦੇ ਸਵਰਗ ਦੂਤ ਉਸ ਦੇ ਡਰਨ ਵਾਲਿਆਂ ਦੀ ਰਖਵਾਲੀ ਕਰਦੇ ਹਨ।
ਚੱਖ ਕੇ ਦੇਖੋ ਕਿ ਪ੍ਰਭੂ ਕਿੰਨਾ ਭਲਾ ਹੈ। ਧੰਨ ਉਹ ਮਨੁੱਖ ਹੈ ਜੋ ਪ੍ਰਭੂ ਦੀ ਸ਼ਰਨ ਲੈਂਦਾ ਹੈ। ਹੇ ਪ੍ਰਭੂ ਦੇ ਭਗਤੋ, ਉਸ ਤੋਂ ਡਰੋ, ਉਸ ਤੋਂ ਡਰਨ ਵਾਲਿਆਂ ਨੂੰ ਕੋਈ ਘਾਟਾ ਨਹੀਂ ਹੋਵੇਗਾ। ਜਵਾਨ ਸ਼ੇਰ ਭੁੱਖਾ ਅਤੇ ਲੋੜਵੰਦ ਹੋ ਸਕਦਾ ਹੈ, ਪਰ ਪ੍ਰਭੂ ਦੇ ਵਿਸ਼ਵਾਸੀਆਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੋਵੇਗੀ। ਇਹ ਬੱਚਿਓ, ਮੇਰੇ ਕੋਲ ਆਵੋ ਅਤੇ ਸੁਣੋ, ਮੈਂ ਤੁਹਾਨੂੰ ਪ੍ਰਭੂ ਤੋਂ ਡਰਨਾ ਸਿਖਾਵਾਂਗਾ। ਕੌਣ ਮਨੁੱਖ ਲੰਬੇ ਜੀਵਨ ਦਾ ਚਾਹਵਾਨ ਹੈ? ਕੌਣ ਬਹੁਤ ਸਾਰੇ ਦਿਨ ਚੰਗੇ ਗੁਜ਼ਾਰਨਾ ਚਾਹੁੰਦਾ ਹੈ? ਉਹ ਆਪਣੇ ਮੂੰਹ ਨੂੰ ਬੁਰਾਈ ਤੋਂ ਦੂਰ ਰੱਖੇ ਅਤੇ ਆਪਣੇ ਆਪ ਨੂੰ ਕਪਟ ਤੋਂ ਬਚਾਈ ਰੱਖੇ। ਸੋ ਉਹ ਬੁਰਾਈ ਤੋਂ ਦੂਰ ਰਹੇ ਅਤੇ ਭਲਾਈ ਕਰੇ, ਸ਼ਾਂਤੀ ਦੀ ਖੋਜ ਕਰੇ ਅਤੇ ਪਿੱਛਾ ਕਰੇ। ਪ੍ਰਭੂ ਦਾ ਧਿਆਨ ਭਲਿਆਂ ਤੇ ਲੱਗਾ ਰਹਿੰਦਾ ਹੈ ਅਤੇ ਉਹ ਉਹਨਾਂ ਦੀ ਪੁਕਾਰ ਸੁਣਦਾ ਹੈ। ਪਰ ਉਹ ਬੁਰਿਆਂ ਦਾ ਵਿਰੋਧ ਕਰਦਾ ਹੈ, ਉਹ ਉਹਨਾਂ ਦੀ ਯਾਦ ਤੱਕ ਖਤਮ ਕਰ ਦਿੰਦਾ ਹੈ। ਭਲਿਆਂ ਦੀ ਪੁਕਾਰ ਨੂੰ ਪ੍ਰਭੂ ਸੁਣਦਾ ਹੈ ਅਤੇ ਉਹਨਾਂ ਨੂੰ ਦੁੱਖਾਂ ਤੋਂ ਬਚਾਉਂਦਾ ਹੈ। ਪ੍ਰਭੂ ਟੁੱਟੇ ਦਿਲਾਂ ਵਾਲਿਆਂ ਦੇ ਨਾਲ ਰਹਿੰਦਾ ਹੈ। ਉਹ ਬੇਅਮੀਦੀਆਂ ਦਾ ਬਚਾਅ ਕਰਦਾ ਹੈ। ਭਲੇ ਮਨੁੱਖ ਤੇ ਕਈ ਤਰ੍ਹਾਂ ਦੀਆਂ ਵਿਪਤਾਵਾਂ ਆਉਂਦੀਆਂ ਹਨ, ਪਰ ਪ੍ਰਭੂ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ। ਉਹ ਉਸ ਦੀਆਂ ਸਭ ਹੱਡੀਆਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਸ ਦੀ ਕੋਈ ਹੱਡੀ ਵੀ ਨਹੀਂ ਟੁੱਟਦੀ। ਦੁਸ਼ਟ ਦਾ ਨਾਸ਼ ਬੁਰਾਈ ਹੀ ਕਰੇਗੀ ਅਤੇ ਧਰਮੀ ਨੂੰ ਘਿਰਣਾ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ। ਪ੍ਰਭੂ ਆਪਣੇ ਸੇਵਾਦਾਰਾਂ ਨੂੰ ਛਡਾਉਂਦਾ ਹੈ ਅਤੇ ਉਸ ਦੀ ਸ਼ਰਨ ਵਿੱਚ ਆਉਣ ਵਾਲਾ ਕੋਈ ਵੀ ਦੋਸ਼ੀ ਨਹੀਂ ਠਹਿਰਦਾ। ਸੋ ਜਿਸ ਲਈ ਅਸੀਂ ਜ਼ਬੂਰ 34 ਨੂੰ ਦੇਖਦੇ ਹਾਂ, ਤੇ ਜ਼ਬੂਰ 34 ਤੋਂ ਪਹਿਲਾਂ ਐਕਚੁਅਲੀ ਜ਼ਬੂਰ 56 ਹੈ, ਜਿਸ ਲਈ ਉਸਨੂੰ ਫੜ ਲਿਆ ਸੀ ਉਹਨਾਂ ਨੇ। ਇਹ ਜ਼ਬੂਰ ਉਸਨੇ ਉਸ ਵੇਲੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਦੇ ਵਿੱਚ ਗਾਇਆ, ਜਿਸ ਵੇਲੇ ਉਹਨਾਂ ਨੇ ਰਾਜੇ ਨੇ ਉਸਨੂੰ ਬਾਹਰ ਕੱਢ ਦਿੱਤਾ, ਫਿਰ ਪਾਗਲ ਇਸਨੂੰ ਬਾਹਰ ਕੱਢੋ, ਤੇ ਉਹਨਾਂ ਨੇ ਫੜ ਕੇ ਉਸਨੂੰ ਬਾਹਰ ਕੱਢ ਦਿੱਤਾ। ਪਰ ਜਿਸਲੇ ਉਸਨੂੰ ਫੜਿਆ ਆ ਗੱਥ ਦੇ ਵਿੱਚ, ਤੇ ਉਸ ਵੇਲੇ ਜਿਹੜਾ ਜ਼ਬੂਰ ਆ ਉਹ 56 ਉਸ ਦੀਆਂ 13 ਆਇਤਾਂ ਉਸਨੂੰ ਅਸੀਂ ਦੇਖਦੇ। ਸੋ ਅਗਰ ਅਸੀਂ ਦੇਖੀਏ ਇਸ ਨੂੰ ਦੇਖੀਏ, ਕਹਿੰਦਾ ਕਿ ਸੰਗੀਤ ਦਾਊਦ ਦੇ ਆਗੂ ਯੋਤਨ ਐਲੇਮ ਰਹਕੀਮ ਦੇ ਰਾਗ ਦੇ ਉੱਤੇ ਗਾਉਣ ਦੇ ਲਈ ਦਾਊਦ ਦਾ ਇੱਕ ਮਿਕਤਾ। ਇਹ ਜਿਹੜੇ ਸਾਰੇ ਰਾਗ ਆ ਇਹ ਬਾਅਦ ਦੇ ਵਿੱਚ ਐਡ ਕੀਤੇ ਗਏ, ਲੇਕਿਨ ਜਿਹੜਾ ਜ਼ਬੂਰ ਆ ਇਹ ਉਸਨੇ ਉਸ ਵੇਲੇ ਉਸਦੀ ਦੁਆ ਆ ਪ੍ਰਭੂ ਦੇ ਅੱਗੇ, ਜਿਹੜਾ ਜਿਸ ਵੇਲੇ ਉਸਨੂੰ ਉਹਨਾਂ ਨੇ ਫੜ ਲਿਆ ਸੀ। ਸੋ ਕਹਿੰਦਾ ਦਾਊਦ ਦਾ ਇੱਕ ਮਿਕਤਾਮ ਹੁੰਦਾ ਹੈਗਾ ਕਿ ਜਿਸ ਵੇਲੇ ਦਿਲ ਤੋਂ ਦੁਆ ਕੀਤੀ ਜਾਂਦੀ ਹੈ। ਜਿਸ ਲਈ ਅਸੀਂ ਨਵੇਂ ਨਿਯਮ ਦੇ ਵਿੱਚ ਜਾਂਦੇ ਤਾਂ ਉਸ ਲਈ 8ਵੇਂ ਚੈਪਟਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਅਸੀਂ ਤਾਂ ਦੁਆ ਕਰਨੀ ਵੀ ਨਹੀਂ ਜਾਣਦੇ, ਪਰ ਪਵਿੱਤਰ ਆਤਮਾ ਆਪ ਸਾਡੇ ਅੰਦਰੋਂ ਇਹੋ ਜਿਹੀਆਂ ਆਹਾਂ ਦੇ ਦੁਆਰਾ ਦੁਆ ਕਰਦੀ ਹੈ ਕਿ ਕਿਉਂਕਿ ਉਹ ਸਾਡੇ ਮਨਾਂ ਨੂੰ ਔਰ ਸਾਡੇ ਅੰਤਕਰਨ ਨੂੰ ਜਾਣਦਿਆਂ ਹੋਇਆਂ ਦੁਆ ਕਰਦਾ, ਔਰ ਫਿਰ ਪ੍ਰਭੂ ਉਸਨੂੰ ਪੂਰਾ ਕਰਦਾ। ਉਹ ਆਹਾਂ ਵਾਲੀ ਜਿਹੜੀ ਦੁਆ ਹੈ ਉਸਨੂੰ ਮਿਕਤਾਮ ਕਿਹਾ ਜਾਂਦਾ। ਸੋ ਬੇਸਿਕਲੀ ਇਸ ਨੂੰ ਅਸੀਂ ਦੇਖਦੇ ਹਾਂ 56 1 ਤੋਂ 13। ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੇ ਪਾਸਟਰ ਜੀ? ਜੀ ਮਿਲ। ਹਾਂਜੀ। हे ਪਰਮੇਸ਼ਰ, ਮੇਰੇ ਤੇ ਦਇਆ ਕਰ, ਨਹੀਂ ਤਾਂ ਵੈਰੀ ਮੈਨੂੰ ਨਾਸ਼ ਕਰ ਦੇਣਗੇ। ਉਹ ਦਿਨ ਭਰ ਮੈਨੂੰ ਸਤਾਉਂਦੇ ਹਨ, ਉਹ ਹਰ ਸਮੇਂ ਮੇਰੇ ਨਾਸ਼ ਦੀ ਆਸ ਲਾਈ ਬੈਠੇ ਹਨ। ਉਹ ਬਹੁਤ ਸਾਰੇ ਹਨ ਜੋ ਮੇਰੇ ਵਿਰੁੱਧ ਲੜਦੇ ਹਨ, ਪਰ ਮੇਰੇ ਡਰ ਸਮੇਂ ਮੇਰਾ ਭਰੋਸਾ ਤੇਰੇ ਤੇ ਹੀ ਹੈ। ਮੈਂ ਤੇਰੇ ਬਚਨ ਦੀ ਮਹਿਮਾ ਕਰਾਂਗਾ। ਮੇਰਾ ਭਰੋਸਾ ਪਰਮੇਸ਼ਰ ਤੇ ਹੈ। ਮੇਰਾ ਮਨੁੱਖ ਕੀ ਵਿਗਾੜ ਸਕਦੇ ਹਨ? ਮੇਰੇ ਬੈਰੀ ਪੂਰਾ ਦਿਨ ਮੇਰੇ ਕੰਮਾਂ ਨੂੰ ਵਿਗਾੜਦੇ ਹਨ। ਉਹ ਹਰ ਸਮੇਂ ਬੁਰਾ ਤੱਕਦੇ, ਉਹ ਇਕੱਠੇ ਹੋ ਕੇ ਲੁਕ ਕੇ ਬਹਿੰਦੇ ਹਨ। ਉਹ ਮੇਰੀ ਜਾਨ ਲੈਣ ਦੇ ਲਈ ਮੇਰਾ ਪਿੱਛਾ ਕਰਦੇ ਹਨ। हे ਪਰਮੇਸ਼ਰ, ਤੂੰ ਉਹਨਾਂ ਦੀ ਬੁਰਾਈ ਦਾ ਬਦਲਾ ਦੇ। ਤੂੰ ਉਹਨਾਂ ਨੂੰ ਗੁੱਸੇ ਨਾਲ ਹੇਠਾਂ ਡੇਗ ਦੇ। ਤੂੰ ਮੇਰੀ ਨੱਠ ਭੱਜ ਨੂੰ ਜਾਣਦਾ ਹੈ। ਤੂੰ ਮੇਰੇ ਹੰਝੂਆਂ ਨੂੰ ਦੇਖ। ਕੀ ਉਹਨਾਂ ਦਾ ਹਿਸਾਬ ਤੇਰੀ ਪੁਸਤਕ ਵਿੱਚ ਨਹੀਂ ਹੈ? ਜਿਸ ਦਿਨ ਮੈਂ ਤੈਨੂੰ ਪੁਕਾਰਾਂਗਾ, ਮੇਰੇ ਵੈਰੀ ਤੁਰੰਤ ਭੱਜ ਉੱਠਣਗੇ, ਕਿਉਂਕਿ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਮੇਰੇ ਵੱਲ ਹੈ। ਮੈਂ ਪ੍ਰਭੂ ਪਰਮੇਸ਼ਰ ਦੇ ਸ਼ਬਦ ਦੀ ਵਡਿਆਈ ਕਰਾਂਗਾ। ਮੇਰਾ ਭਰੋਸਾ ਪਰਮੇਸ਼ਰ ਤੇ ਹੀ ਹੈ। ਆਦਮੀ ਮੇਰਾ ਕੀ ਵਿਗਾੜ ਸਕਦਾ ਹੈ? हे ਪਰਮੇਸ਼ਰ, ਤੇਰੀਆਂ ਮੰਨਤਾਂ ਮੇਰੇ ਸਾਹਮਣੇ ਹਨ। ਮੈਂ ਤੇਰੇ ਸਾਹਮਣੇ ਧੰਨਵਾਦ ਦਾ ਚੜਾਵਾ ਚੜਾਵਾਂਗਾ। ਤੂੰ ਮੇਰੀ ਜਾਨ ਨੂੰ ਮੌਤ ਤੋਂ ਬਚਾਇਆ ਹੈ। ਤੂੰ ਹੀ ਮੇਰੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਹੈ ਕਿ ਮੈਂ ਪਰਮੇਸ਼ਰ ਦੇ ਸਾਹਮਣੇ ਜੀਂਦਿਆਂ ਦੀ ਲੋਅ ਵਿੱਚ ਚੱਲ ਸਕਾਂ। ਸੋ ਅਸੀਂ ਜਿਸ ਵੇਲੇ ਇਸ ਜ਼ਬੂਰ ਨੂੰ ਦੇਖਦੇ ਪਏ ਹਾਂ ਤੇ ਇਸ ਦੇ ਵਿੱਚ ਇੱਕ ਸ਼ੁਕਰਗੁਜ਼ਾਰੀ ਛੁਪੀ ਹੋਈ ਹੈ ਜੋ ਪਿੱਛੇ ਪ੍ਰਭੂ ਨੇ ਉਸ ਦੇ ਨਾਲ ਕੀਤੀ ਹੈ। ਤੇ ਜਿਸ ਤਰ੍ਹਾਂ ਯੋਨਾਥਨ ਨੇ ਉਸਨੂੰ ਉੱਥੋਂ ਦੌੜਾ ਦਿੱਤਾ,
ਕਿ ਤੂੰ ਇੱਥੋਂ ਭੱਜ ਜਾ। ਰਾਈਟ। ਸਭ ਤੋਂ ਜ਼ਿਆਦਾ ਖਤਰਾ ਦਾਊਦ ਤੋਂ ਕਿਹਨੂੰ ਆ? ਯੋਨਾਥਨ ਨੂੰ। ਅਗਰ ਸਾਊਲ ਤੋਂ ਬਾਅਦ ਰਾਜਾ ਜੇ ਕਿਸੇ ਨੇ ਬਣਨਾ ਤੇ ਦਾਊਦ ਨੇ ਬਣਨਾ। ਲੇਕਿਨ ਉਸ ਬੰਦੇ ਨੂੰ ਪ੍ਰਭੂ ਨੇ ਇੰਨੀ ਨਮਰਤਾ ਦਿੱਤੀ ਹੋਆ, ਕਹਿੰਦਾ ਜੇ ਪ੍ਰਭੂ ਨੇ ਤੈਨੂੰ ਚੁਣੀ ਲਿਆ ਆ, ਜੋਨਾਥਨ ਕਹਿੰਦਾ ਜੇ ਤੈਨੂੰ ਪ੍ਰਭੂ ਨੇ ਚੁਣੀ ਲਿਆ ਆ ਤੇ ਫਿਰ ਮੈਂ ਤੇਰੇ ਰਸਤੇ 'ਚ ਰੁਕਾਵਟ ਕਿਉਂ ਬਣਾ? ਕਿਉਂ ਨਾ ਮੈਂ ਤੇਰਾ ਸਾਥ ਦੇ। ਸੋ ਸਿਰਫ ਜੋਨਾਥਨ ਦਾ ਬੇਟਾ ਬਚਿਆ ਸੀ, ਬਾਕੀ ਸਾਰੇ ਦੇ ਸਾਰੇ ਸਾਊਲ ਦਾ ਖਾਨਦਾਨ ਮਾਰਿਆ ਗਿਆ ਸੀ, ਸਿਰਫ ਜੋਨਾਥਨ ਦਾ ਬੇਟਾ ਬਚਿਆ ਸੀ। ਸੋ ਅਸੀਂ ਦੇਖਦੇ ਪਏ ਹਾਂ ਕਿ ਉਸਨੇ ਕਿਸ ਤਰ੍ਹਾਂ ਪ੍ਰਭੂ ਦੇ ਅੱਗੇ ਇਹ ਦੁਆ ਕੀਤੀ ਆ। ਉਸ ਲਈ ਦੁਆ ਕੀਤੀ, ਫਿਰ ਉਸ ਤੋਂ ਬਾਅਦ ਜਿਸਲੇ ਪ੍ਰਭੂ ਨੇ ਉਸਨੂੰ ਉੱਥੋਂ ਰਾਜੇ ਨੇ ਉਹਨੂੰ ਦੜਾਤਾ, ਇਹ ਤਾਂ ਪਾਗਲ। ਫਿਰ ਅਸੀਂ ਦੇਖਿਆ ਜ਼ਬੂਰ 34। ਸੋ ਅਗਰ ਤੁਸੀਂ ਇੱਥੇ ਲਿਖਣਾ, ਤੁਸੀਂ ਏਦਾਂ ਮੈਂ ਏਦਾਂ ਪਹਿਲਾਂ ਲਿਖਿਆ ਸੀ 34 ਤੇ 56, ਇਹ ਐਕਚੁਅਲੀ ਜ਼ਬੂਰ 56 ਪਹਿਲਾਂ ਫਿਰ 34। ਅਸੀਂ 22 ਚੈਪਟਰ ਦੇ ਵਿੱਚ ਆ ਚੁੱਕੇ। ਸੋ ਹੁਣ ਉਹ ਜਿਸਲੇ ਤੁਹਾਨੂੰ ਪਤਾ ਕਿ ਜਿਹੜਾ ਬੰਦਾ ਉੱਥੇ ਸੀਗਾ, ਉਹ ਜਿਹੜਾ ਅਦੋਮ ਦਾ ਸੀਗਾ, ਦੋਏਗ ਉਸਦਾ ਨਾਂ ਸੀ, ਔਰ ਉਹਦੀ ਜ਼ਿੰਮੇਵਾਰੀ ਸਾਰੇ ਡੰਗਰ ਚਾਰਨੇ ਸੀ। ਡੰਗਰਾਂ ਦਾ ਜਿੰਨਾ ਵੀ ਰਾਜਾ ਦੇ ਜਿਹੜੇ ਆਪਣੇ ਜੋ ਉਸਦੀਆਂ ਭੇਡਾਂ, ਬੱਕਰੀਆਂ, ਗਧੇ, ਖੱਚਰਾਂ ਜੋ ਵੀ ਸੀਗੀਆਂ, ਉਹਨਾਂ ਦੀ ਜਿਹੜੀ ਸੰਭਾਲ ਕਰਨੀ ਸੀ, ਉਹਦੇ ਅੰਡਰ ਉਸਨੇ ਉਹ ਸਾਰਾ ਕੰਮ ਦਿੱਤਾ ਸੀਗਾ। ਔਰ ਉਹ ਵੀ ਉੱਥੇ ਪਹੁੰਚਿਆ ਸੀ ਜਿਸ ਲਈ ਉਸਨੇ ਦੇਖਿਆ ਕਿ ਇਹ ਤਾਂ ਦੋਏਗਾ। ਉਸਨੂੰ ਪਤਾ ਲੱਗ ਗਿਆ ਕਿ ਇਹਨੇ ਰਾਜੇ ਨੂੰ ਜਾ ਕੇ ਖਬਰ ਦੇ ਦੇ, ਔਰ ਉਹਨੇ ਮੇਰੇ ਪਿੱਛੇ ਆਇਆ। ਸੋ ਹੁਣ ਉੱਥੋਂ ਨੱਠ ਕੇ ਉਹ ਗਥ ਦੇ ਇਲਾਕੇ ਦੇ ਵਿੱਚ ਚਲਾ ਗਿਆ, ਔਰ ਉੱਥੋਂ ਉਸਨੂੰ ਫੇਰ ਨੱਠਣਾ ਪਿਆ ਕਿਉਂਕਿ ਲੋਕਾਂ ਨੇ ਉਸਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਸੀ। ਚੈਪਟਰ 22 ਉਸਦੀ ਅਸੀਂ ਪਹਿਲੀਆਂ 5 ਆਇਤਾਂ ਦੇਖ। ਮੈਂ ਪੜਾਂ ਜੀ। ਹਾਂਜੀ। ਪੁਰੋਹਿਤ ਦਾ ਕਤਲ ਕੀਤੇ ਜਾਣਾ। ਤਦ ਦਾਊਦ ਗਥ ਤੋਂ ਨੱਠ ਕੇ ਅਦੁੱਲਾਮ ਦੀ ਗੁਫਾ ਵਿੱਚ ਜਾ ਕੇ ਰਹਿਣ ਲੱਗਾ। ਜਦੋਂ ਉਸਦੇ ਭਰਾਵਾਂ ਅਤੇ ਬਾਕੀ ਦੇ ਘਰ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਸ ਕੋਲ ਉੱਥੇ ਆਏ। ਜਿਨ੍ਹਾਂ ਲੋਕਾਂ ਉੱਤੇ ਅਤਿਆਚਾਰ ਹੋ ਰਿਹਾ ਸੀ, ਜੋ ਕਰਜ਼ਾਈ ਸਨ ਅਤੇ ਤ੍ਰਿਪਤ ਸਨ, ਉਹ ਸਭ ਦਾਊਦ ਕੋਲ ਉੱਥੇ ਆ ਗਏ ਅਤੇ ਉਹ ਉਹਨਾਂ ਸਭ ਦਾ ਸਰਦਾਰ ਬਣ ਗਿਆ। ਸਭ ਦੀ ਗਿਣਤੀ ਕੋਈ 400 ਸੀ। ਫਿਰ ਦਾਊਦ ਮਿਸਪੇ ਵਿੱਚ ਮੁਆਬੀ ਰਾਜਾ ਕੋਲ ਗਿਆ ਅਤੇ ਉਸਨੇ ਰਾਜਾ ਨੂੰ ਕਿਹਾ, ਤੂੰ ਮੇਰੇ ਮਾਤਾ ਪਿਤਾ ਨੂੰ ਆਪਣੇ ਕੋਲ ਉਸ ਸਮੇਂ ਤੱਕ ਰਹਿਣ ਦੇ ਜਦੋਂ ਤੱਕ ਮੈਨੂੰ ਪਰਮੇਸ਼ਰ ਕੋਲੋਂ ਪਤਾ ਨਾ ਲੱਗ ਜਾਵੇ ਕਿ ਉਸ ਦੀ ਮੇਰੇ ਲਈ ਕੀ ਯੋਜਨਾ ਹੈ। ਸੋ ਦਾਊਦ ਨੇ ਆਪਣੇ ਮਾਤਾ ਪਿਤਾ ਨੂੰ ਮੁਆਬ ਦੇ ਰਾਜਾ ਕੋਲ ਛੱਡ ਦਿੱਤਾ ਅਤੇ ਉਹ ਉਸ ਸਮੇਂ ਤੱਕ ਉੱਥੇ ਰਹੇ ਜਦੋਂ ਤੱਕ ਉਹ ਅਦੁੱਲਾਮ ਦੀ ਗੁਫਾ ਵਿੱਚ ਰਿਹਾ। ਤਦ ਗਾਦ ਨਬੀ ਨੇ ਦਾਊਦ ਨੂੰ ਕਿਹਾ, ਤੂੰ ਇੱਥੇ ਗੁਫਾ ਵਿੱਚ ਲੁਕ ਕੇ ਬੈਠਾ ਨਾ ਰਹੋ, ਤੂੰ ਉੱਠ ਅਤੇ ਯਹੂਦਾ ਦੇ ਦੇਸ਼ ਵਿੱਚ ਜਾ। ਸੋ ਦਾਊਦ ਗੁਫਾ ਤੋਂ ਨਿਕਲ ਯਹੂਦਾ ਵਿੱਚ ਹਾਰਤ ਦੇ ਬਨ ਵਿੱਚ ਚਲਾ ਗਿਆ। ਸੋ ਹੁਣ ਉਹ ਗੁਫਾਵਾਂ ਦੇ ਵਿੱਚ ਲੁਕਦਾ ਫਿਰਦਾ, ਉਸਦੇ ਮਾਂ-ਬਾਪ ਸਾਰੇ ਟੱਬਰ ਨੂੰ ਦੌੜਨਾ ਪਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੇ ਸਾਊਲ ਨੇ ਦਾਊਦ ਦੇ ਨਾਲ ਇਸ ਤਰ੍ਹਾਂ ਕੀਤੀ ਤਾਂ ਉਹਦੇ ਨਾਲ ਏਦਾਂ ਕਰ ਸਕਦਾ, ਸਾਡੇ ਨਾਲ ਕੀ ਕਰੇਗਾ। ਬਹੁਤ ਸਾਰੇ ਜਿਹੜੇ ਲਾਗੇ ਦੇ ਰਿਸ਼ਤੇਦਾਰ ਸੀਗੇ ਦਾਊਦ ਦੇ, ਜਿਹੜੇ ਉਸ ਕੁੱਲ ਦੇ ਲੋਕ ਸੀਗੇ, ਜਿਨ੍ਹਾਂ ਦੇ ਵਿੱਚ ਜਿਸ ਕੁੱਲ ਦੇ ਵਿੱਚ ਉਹ ਪੈਦਾ ਹੋਇਆ ਸੀ। ਕਬੀਲਾ ਨਹੀਂ, ਕਬੀਲਾ ਵੱਡਾ ਹੁੰਦਾ, ਕੁੱਲ ਹੁੰਦੇ ਛੋਟੇ। ਜਿਸ ਕੁੱਲ ਦੇ ਵਿੱਚ ਉਹ ਪੈਦਾ ਹੋਇਆ ਸੀਗਾ, ਉਹ ਲੋਕ ਸਾਰੇ ਉੱਥੋਂ ਦੌੜ ਕੇ ਆ ਗਏ। ਔਰ ਬਾਕੀ ਵੀ ਜਿਨ੍ਹਾਂ ਨੂੰ ਸਾਊਲ ਤੰਗ ਕਰਦਾ ਸੀ, ਜਿਹੜੇ ਵੀ ਟੱਬਰ ਨੂੰ ਸਾਊਲ ਤੰਗ ਕਰਦਾ ਸੀ, ਉੱਥੋਂ ਦੌੜ ਕੇ ਉਹਦੇ ਨਾਲ। ਸੋ ਉਹਦੇ ਨਾਲ ਬਹੁਤ ਸਾਰੇ ਲੋਕ ਹੁਣ ਇਕੱਠੇ ਹੋਣੇ ਸ਼ੁਰੂ ਹੋਏ, ਮਾਂ-ਬਾਪ ਉਸਦੇ ਬਜ਼ੁਰਗ। ਸੋ ਕੱਲ ਨੂੰ ਅਸੀਂ ਮੈਪ ਦੇ ਵਿੱਚ ਕੱਲ ਨੂੰ ਦੇਖਾਂਗੇ। ਮੈਂ ਉਦੋਂ ਕੱਢੀਆਂ ਸੀ ਸਾਰੀਆਂ ਚੀਜ਼ਾਂ ਦੂਸਰੀ ਦੇ ਉੱਤੇ, ਲੇਕਿਨ ਉਹ ਦੇਖ ਨਹੀਂ ਸਕੇ। ਉਸਨੇ ਜਿਹੜੇ ਮਾਂ-ਬਾਪ ਸੀਗੇ ਉਹ ਬਜ਼ੁਰਗ ਹੋ ਚੁੱਕੇ ਸੀ। ਸੋ ਉਸਨੇ ਦੇਖਿਆ ਕਿ ਇਹ ਮੈਨੂੰ ਤਾਂ ਦੌੜ ਭੱਜ ਕਰਨੀ ਪੈਣੀ ਹੈ, ਮੈਨੂੰ ਤਾਂ ਇੱਧਰ ਉੱਧਰ ਦੌੜਨਾ ਪੈਣਾ, ਇਹ ਵਿਚਾਰੇ ਕਿੱਥੇ ਦੌੜਨਗੇ, ਤਾਂ ਇਹ ਤਾਂ ਬਜ਼ੁਰਗ ਆ, ਰਾਈਟ। ਸੋ ਉਸਨੇ ਕੀ ਕੀਤਾ, ਉਸਨੇ ਉਹ ਮੁਆਬ ਦੇ
ਵਿੱਚ ਗਿਆ। ਮੁਆਬ ਦੇ ਲੋਕਾਂ ਨੇ ਉਸਨੂੰ ਕਿਉਂ ਸਵੀਕਾਰ ਕਰ ਲਿਆ? ਬੇਸਿਕਲੀ ਉਹ ਸਾਰੇ ਭਰਾ ਭਾਣਜੇ ਹੀ ਸੀਗੇ, ਵਿੱਚੋਂ ਵਿੱਚ ਹੀ ਸੀਗੇ। ਜਿਹੜੇ ਮੁਆਬੀ ਲੋਕ ਸੀਗੇ, ਜਿਸ ਲਈ ਅਬਰਾਹਮ ਚੱਲਿਆ ਸੀ ਤਾਂ ਲੂਤ ਵੀ ਉਸ ਦੇ ਨਾਲ ਚੱਲ ਪਿਆ ਸੀ। ਉਹ ਲੂਤ ਦੀ ਸੰਤਾਨ ਸੀ ਔਰ ਉਹਨਾਂ ਦੇ ਵਿੱਚ ਮੁਆਬ ਤੇ ਅਮੋਨ ਦੋ ਆਉਂਦੇ ਸੀ। ਸੋ ਉਹ ਮੁਆਬ ਦੇ ਦੇਸ਼ ਦੇ ਵਿੱਚ ਗਿਆ, ਉੱਥੇ ਦੇ ਉਸਨੇ ਰਾਜੇ ਦੇ ਨਾਲ ਗੱਲ ਕੀਤੀ। ਉਸਨੇ ਕਿਹਾ ਕਿ ਇਹਨਾਂ ਨੂੰ ਉਨੀ ਦੇਰ ਤੱਕ ਰੱਖ ਜਿੰਨੀ ਦੇਰ ਤੱਕ ਪ੍ਰਭੂ ਮੈਨੂੰ ਅਗਲਾ ਹੁਕਮ ਨਹੀਂ ਦਿੰਦਾ। ਸੋ ਅਸੀਂ ਦੇਖਦੇ ਪਏ ਹਾਂ ਕਿ ਜਿਹੜੇ ਆਲੇ ਦੁਆਲੇ ਦੇ ਦੇਸ਼ ਵੀ ਹੈਗੇ ਆ, ਹੁਣ ਉਹਦੇ ਨਾਲ ਪ੍ਰਭੂ ਨੇ ਜੋੜਨੇ ਸ਼ੁਰੂ ਕਰ ਦਿੱਤੇ। ਠੀਕ, ਸੋ ਉੱਥੋਂ ਉਹ ਨਿਕਲ ਕੇ ਉੱਥੇ ਚਲਾ ਗਿਆ। ਆਓ ਅਸੀਂ ਅੱਗੇ ਦੇਖੀਏ 13 ਆਇਤ ਤੱਕ ਦੇਖ, 5 ਆਇਤ ਤੋਂ ਲੈ ਕੇ ਦੁਆਰਾ 5 ਤੋਂ 13 ਤੱਕ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਗੋ ਅਹੈਡ ਮੇਰੀ ਭੈਣ। ਤਦ ਗਾਦ ਨਬੀ ਨੇ ਦਾਊਦ ਨੂੰ ਕਿਹਾ, ਤੂੰ ਇੱਥੇ ਗੁਫਾ ਵਿੱਚ ਲੁਕ ਕੇ ਬੈਠਾ ਨਾ ਰਹੋ, ਤੂੰ ਉੱਠ ਅਤੇ ਯਹੂਦਾ ਦੇ ਦੇਸ਼ ਵਿੱਚ ਜਾ। ਸੋ ਦਾਊਦ ਗੁਫਾ ਤੋਂ ਨਿਕਲ ਕੇ ਯਹੂਦਾ ਵਿੱਚ ਹਾਰਤ ਦੀ ਵਨ ਵਿੱਚ ਚਲਾ ਗਿਆ। ਤਦ ਸਾਊਲ ਨੂੰ ਦਾਊਦ ਦੇ ਬਾਰੇ ਖਬਰ ਮਿਲੀ ਕਿ ਦਾਊਦ ਲੱਭ ਪਿਆ ਹੈ। ਸਾਊਲ ਉਸੇ ਵੇਲੇ ਰਾਮਾਹ ਵਿੱਚ ਗਿਬਿਆ ਦੀ ਥਾਂ ਤੇ ਇੱਕ ਰੁੱਖ ਹੇਠ ਆਪਣਾ ਨੇਜਾ ਹੱਥ ਵਿੱਚ ਲਈ ਬੈਠਾ ਸੀ। ਉਸਦੇ ਸੇਵਕ ਉਸ ਵੇਲੇ ਉਸਦੇ ਚਾਰੇ ਪਾਸੇ ਖੜੇ ਸਨ। ਤਦ ਸਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ, ਬਿਨਯਾਮੀਨਿਓ, ਕੀ ਜੱਸੀ ਦਾ ਪੁੱਤਰ ਤੁਹਾਨੂੰ ਸਭ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ ਜਾਂ ਤੁਹਾਨੂੰ ਆਪਣੀ ਸੈਨਾ ਵਿੱਚ ਅਫਸਰ ਬਣਾਵੇਗਾ? ਕੀ ਇਸੇ ਕਾਰਨ ਤੁਸੀਂ ਸਭ ਮੇਰੇ ਵਿਰੁੱਧ ਹੋ ਗਏ ਹੋ? ਕਿਸੇ ਨੇ ਮੈਨੂੰ ਦੱਸਿਆ ਤੱਕ ਨਾ ਕਿ ਮੇਰਾ ਪੁੱਤਰ ਜੱਸੀ ਦੇ ਪੁੱਤਰ ਦੇ ਇੰਨਾ ਨੇੜੇ ਚਲਾ ਗਿਆ ਹੈ। ਇੱਥੋਂ ਤੱਕ ਕਿ ਮੇਰੇ ਪੁੱਤਰ ਨੇ ਹੀ ਮੇਰੇ ਇੱਕ ਨੌਕਰ ਨੂੰ ਇੰਨਾ ਸਿਰ ਤੇ ਚੜਾਇਆ ਕਿ ਉਹ ਅੱਜ ਮੈਨੂੰ ਹੀ ਮਾਰਨ ਦੀ ਉਡੀਕ ਵਿੱਚ ਹੈ। ਅਦੋਮ ਨਿਵਾਸੀ ਦੋਏਗ, ਜੋ ਉਸ ਵੇਲੇ ਸਾਊਲ ਦੇ ਲਾਗੇ ਖੜਾ ਸੀ, ਨੇ ਕਿਹਾ, ਮੈਂ ਦਾਊਦ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਕੋਲ ਆਉਂਦਾ ਦੇਖਿਆ ਸੀ। ਅਹੀਮਲਕ ਨੇ ਪ੍ਰਭੂ ਤੋਂ ਦਾਊਦ ਬਾਰੇ ਪੁੱਛਿਆ ਅਤੇ ਉਸਨੂੰ ਭੋਜਨ ਤੇ ਫਿਲਿਸਤੀ ਗੋਲਿਆਤ ਦੀ ਤਲਵਾਰ ਦਿੱਤੀ ਸੀ। ਸਾਊਲ ਨੇ ਤੁਰੰਤ ਅਹੀਮਲਕ ਪੁਰੋਹਿਤ ਅਤੇ ਉਸਦੇ ਪਿਤਾ ਦੇ ਸਾਰੇ ਟੱਬਰ ਦੇ ਲੋਕਾਂ ਨੂੰ, ਜੋ ਨੋਬ ਵਿੱਚ ਪ੍ਰੋਹਤਾਈ ਸੇਵਾ ਕਰਦੇ ਸਨ, ਆਪਣੇ ਕੋਲ ਸੱਦਿਆ। ਤਦ ਸਾਊਲ ਨੇ ਅਹੀਮਲਕ ਨੂੰ ਕਿਹਾ, ਅਹੀਟੂਬ ਦੇ ਪੁੱਤਰ, ਤੂੰ ਕੰਨ ਖੋਲ ਕੇ ਸੁਣ। ਅਹੀਮਲਕ ਨੇ ਉੱਤਰ ਦਿੱਤਾ, ਹਾਂ ਮਹਾਰਾਜ, ਦੱਸੋ। ਸਾਊਲ ਨੇ ਅੱਗੇ ਕਿਹਾ, ਤੂੰ ਦਾਊਦ ਦੇ ਨਾਲ ਮਿਲ ਕੇ ਮੇਰੇ ਵਿਰੁੱਧ ਵਿਉਂਤ ਕਿਉਂ ਬਣਾਈ ਹੈ? ਤੂੰ ਉਸਨੂੰ ਭੋਜਨ ਤੇ ਤਲਵਾਰ ਕਿਉਂ ਦਿੱਤੀ? ਤੂੰ ਉਸ ਦੇ ਲਈ ਪਰਮੇਸ਼ਰ ਤੋਂ ਵੀ ਸਲਾਹ ਲਈ। ਇਹ ਸਭ ਚੀਜ਼ਾਂ ਲੈ ਕੇ ਉਹ ਮੇਰੇ ਵਿਰੁੱਧ ਉੱਠਿਆ ਕਿ ਉਹ ਮੇਰੀ ਜਾਨ ਲਵੇ। ਸੋ ਅੱਗੇ ਵੀ ਸਿਸਟਰ ਜੀ ਤੁਸੀਂ ਪੜ੍ਹਨਾ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਦਾਊਦ ਨੂੰ ਪ੍ਰਭੂ ਉੱਥੋਂ ਪਹਿਲਾਂ ਹੀ ਕੱਢ ਕੇ ਲੈ ਗਿਆ। ਸੋ ਜਿਸ ਵੇਲੇ ਉਸਨੂੰ ਪਤਾ ਲੱਗਾ ਕਿ ਸਾਊਲ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਦਾਊਦ ਉਸ ਇਲਾਕੇ ਦੇ ਵਿੱਚ ਆ, ਲੇਕਿਨ ਦਾਊਦ ਉੱਥੇ ਹੈ ਨਹੀਂਗਾ, ਤਾਂ ਉਸਨੇ ਇੱਕ ਤਰ੍ਹਾਂ ਦਾ ਮਿਹਣਾ ਮਾਰਿਆ ਆਪਣੇ ਲੋਕਾਂ ਨੂੰ ਕਿ ਤੁਸੀਂ ਕੀ ਸਮਝਦੇ ਆ ਕਿ ਜੱਸੀ ਦਾ ਪੁੱਤਰ ਤੁਹਾਡੇ ਨਾਲ ਚੰਗਾ ਰਹੇਗਾ? ਜਿੱਦਾਂ ਮੈਂ ਤੁਹਾਨੂੰ ਖੇਤ ਦਿੱਤੇ ਆ, ਜਿੱਦਾਂ ਮੈਂ ਤੁਹਾਨੂੰ ਵੱਡੇ ਵੱਡੇ ਅਹੁਦੇ ਦਿੱਤੇ ਆ, ਉਹ ਤੁਹਾਨੂੰ ਦਏਗਾ? ਫਿਰ ਉਸਦੇ ਪਸ਼ੂ ਚਾਰਨ ਵਾਲੇ ਨੇ ਉਸਨੇ ਦੱਸਿਆ ਕਿ ਉਸਨੂੰ ਮੈਂ ਦੇਖਿਆ ਹੈ, ਔਰ ਤੂੰ ਉੱਥੇ ਚੱਲ ਔਰ ਉੱਥੋਂ ਪੁੱਛ। ਉਸਨੇ ਕਿਹਾ ਕਿ ਜਾ ਕੇ ਉਸਨੂੰ ਸਾਰੇ ਟੱਬਰ ਨੂੰ ਫੜ ਕੇ ਇੱਥੇ ਲੈ ਕੇ ਆਓ। ਔਰ ਅਹੀਮਲਕ ਦੇ ਸਾਰੇ ਟੱਬਰ ਦਾ, ਜਿਹੜੇ ਉੱਥੇ ਪ੍ਰੋਹਤਾਈ ਸੇਵਾ ਕਰਦੇ ਪਏ ਵਿਚਾਰੇ, ਉਹਨਾਂ ਨੂੰ ਹੁਣ ਉਹ ਫੜ ਕੇ ਲੈ ਆਏ। ਤਾਂ ਉਸਨੂੰ ਉਹਨਾਂ ਨੂੰ ਸਵਾਲ ਕਰਦਾ ਪਿਆ ਕਿ ਤੂੰ ਦਾਊਦ ਦੇ ਨਾਲ ਮਿਲ ਕੇ ਮੇਰੇ ਵਿਰੁੱਧ ਵਿਉਂਤ ਕਿਉਂ ਬਣਾਈ ਹੈ? ਝੂਠਾ, ਉਸਨੇ ਕੋਈ ਵਿਉਂਤ ਨਹੀਂ। ਰਾਜਾ ਦਾ ਜਵਾਈ ਆ ਭਾਈ ਉਹ, ਰਾਈਟ? ਰਾਜਾ ਦਾ ਜਵਾਈ ਆ, ਉਹਦੇ ਲਈ ਤਾਂ ਰਾਜਕੁਮਾਰਾਂ ਦੇ ਬਰਾਬਰ ਆ ਉਹ। ਉਸਨੇ ਜੋ ਕਿਹਾ, ਉਸਨੂੰ ਕੀ ਪਤਾ ਕਿ ਦਾਊਦ ਨੂੰ ਸਾਊਲ ਇਸ ਨੂੰ ਲੱਭਦਾ ਪਿਆ। ਸੋ ਇਹ ਝੂਠ ਆ, ਜਿਹੜਾ ਦਿਮਾਗ ਉਹਦਾ ਹੁਣ ਘੁੰਮਿਆ ਆ। ਤੂੰ ਉਸਨੂੰ ਭੋਜਨ ਤੇ ਤਲਵਾਰ ਕਿਉਂ ਦਿੱਤੀ? ਤੂੰ ਉਸਦੇ ਲਈ ਪਰਮੇਸ਼ਰ ਤੋਂ ਸਲਾਹ ਲਈ। ਇਹ ਸਭ ਚੀਜ਼ਾਂ ਲੈ ਕੇ ਉਹ ਮੇਰੇ ਵਿਰੁੱਧ ਉੱਠਿਆ ਹੈ ਅਤੇ ਉਹ ਮੇਰੀ ਜਾਨ। ਜਿੰਨੇ ਵੀ ਉਸਨੇ ਇਲਜ਼ਾਮ ਲਾਏ ਅਦਰ ਦੈਨ ਭੋਜਨ ਤੇ ਤਲਵਾਰ, ਉਸਨੇ ਮੰਗੀ, ਉਸਨੇ ਦੇ ਦਿੱਤੀ। ਰੋਟੀ ਉਸਨੇ ਮੰਗੀ, ਉਸਨੇ ਕਿਹਾ, ਦੇਖ ਲੈ ਪਵਿੱਤਰ ਰੋਟੀ ਦਾ ਸਵਾਦ ਸਾਡੇ ਕੋਲ ਹੋਰ ਕੁਛ ਨਹੀਂ ਹੈਗਾ, ਇਹ ਸਿਰਫ ਪ੍ਰੋਹਿਤ ਖਾ ਸਕਦੇ। ਉਸਨੇ ਕਿਹਾ ਤੂੰ ਮੈਨੂੰ ਦੇ, ਔਰ ਉਸਨੇ ਪਵਿੱਤਰ ਰੋਟੀ ਖਾਧੀ। ਸੋ ਜਿੰਨੇ ਉਸਨੇ ਆਪਣੇ ਬੇਟੇ ਤੇ ਇਲਜ਼ਾਮ ਲਾਏ ਸੀ ਉਹ ਵੀ ਝੂਠੇ ਸੀ। ਜਿੰਨੇ ਇਲਜ਼ਾਮ ਹੁਣ ਇਸ ਵੇਲੇ ਪ੍ਰੋਹਿਤ
ਲੇਵੀ ਪੁਰੋਹਿਤ ਦੇ ਉੱਤੇ, ਲੇਵੀ ਖਾਨਦਾਨ ਦੇ ਪੁਰੋਹਿਤਾਂ ਦੇ ਉੱਤੇ ਉਹ ਇਲਜ਼ਾਮ ਲਾ ਰਿਹਾ, ਉਹ ਵੀ ਗਲਤ। ਸੋ ਆਓ ਅਸੀਂ 14 ਤੋਂ ਲੈ ਕੇ ਸਿਸਟਰ ਜੀ ਇਸ ਨੂੰ ਖਤਮ ਕਰ ਦਿਓ। ਓਕੇ ਪਾਸਟਰ ਜੀ। ਇਹੀ ਮਲਿਕ ਨੇ ਉੱਤਰ ਦਿੱਤਾ, ਦਾਊਦ ਤਾਂ ਤੁਹਾਡਾ ਇੱਕ ਵਿਸ਼ਵਾਸੀ ਅਫਸਰ ਹੈ, ਉਹ ਤੁਹਾਡਾ ਜਵਾਈ ਹੈ, ਤੁਹਾਡੀ ਸੁਰੱਖਿਆ ਵਾਲੇ ਦਲ ਦਾ ਸਰਦਾਰ ਹੈ, ਉਸ ਦਾ ਤੁਹਾਡਾ ਹਰ ਦਰਬਾਰੀ ਆਦਰ ਕਰਦਾ ਹੈ। ਫਿਰ ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਮੈਂ ਉਸ ਦੇ ਲਈ ਪਰਮੇਸ਼ਰ ਤੋਂ ਸਲਾਹ ਲਈ ਹੈ। ਤੋ ਮਹਾਰਾਜ, ਜਿੱਥੋਂ ਤੱਕ ਤੁਹਾਡੇ ਵਿਰੁੱਧ ਵਿਉਂਤ ਬਣਾਉਣ ਦਾ ਪ੍ਰਸ਼ਨ ਹੈ, ਮੈਂ ਅਤੇ ਮੇਰੇ ਟੱਬਰ ਦੇ ਲੋਕ ਇਸ ਬਾਰੇ ਕੁਝ ਨਹੀਂ ਜਾਣਦੇ ਹਾਂ। ਤਦ ਸਾਊਲ ਨੇ ਕ੍ਰੋਧਿਤ ਹੋ ਕੇ ਕਿਹਾ, ਤੂੰ ਅਤੇ ਤੇਰੇ ਪਿਤਾ ਨੇ ਦੇ ਲੋਕ ਜ਼ਰੂਰ ਮਾਰੇ ਜਾਵੋਗੇ। ਸੋ ਉਸ ਨੇ ਲਾਗੇ ਖੜੇ ਸੁਰੱਖਿਆ ਦਲ ਦੇ ਲੋਕਾਂ ਨੂੰ ਕਿਹਾ, ਤੁਸੀਂ ਇਹਨਾਂ ਪਰਮੇਸ਼ਰ ਦੇ ਪੁਰੋਹਿਤਾਂ ਨੂੰ ਕਤਲ ਕਰ ਦੇਵੋ, ਕਿਉਂਕਿ ਇਹ ਵੀ ਦਾਊਦ ਦੇ ਨਾਲ ਮਿਲ ਚੁੱਕੇ ਹਨ। ਇਹ ਜਾਣਦੇ ਹਨ ਕਿ ਦਾਊਦ ਨੱਠ ਰਿਹਾ ਹੈ, ਪਰ ਇਹਨਾਂ ਫਿਰ ਵੀ ਮੈਨੂੰ ਸੂਚਨਾ ਨਾ ਦਿੱਤੀ। ਪਰ ਸੁਰੱਖਿਆ ਦਲ ਦੇ ਲੋਕਾਂ ਨੇ ਪੁਰੋਹਿਤਾਂ ਉੱਤੇ ਹੱਥ ਚੁੱਕਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਨੇ ਅਦੋਮ ਨਿਵਾਸੀ ਦੋਏਗ ਨੂੰ ਕਿਹਾ, ਤੂੰ ਇਹਨਾਂ ਸਭ ਨੂੰ ਕਤਲ ਕਰ ਦੇ। ਦੋਏਗ ਨੇ ਤੁਰੰਤ ਪੁਰੋਹਿਤਾਂ ਉੱਤੇ ਹੱਲਾ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ। ਉਸ ਦਿਨ ਉਸਨੇ 85 ਅਭਿਸ਼ੇਕਤ ਪੁਰੋਹਿਤ ਕਤਲ ਕੀਤੇ। ਤਦ ਸਾਊਲ ਨੇ ਨੋਬ ਨਗਰ ਦੇ ਬਾਕੀ ਦੇ ਰਹਿਣ ਵਾਲਿਆਂ ਜੋ ਸਭ ਪੁਰੋਹਿਤ ਸਨ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਉਸਨੇ ਉਹਨਾਂ ਦੇ ਔਰਤਾਂ, ਬੱਚੇ, ਬਲਦ, ਗੱਧੇ, ਭੇਡਾਂ ਆਦਿ ਕਤਲ ਕਰਵਾ ਦਿੱਤੇ। ਪਰ ਪੁਰੋਹਿਤ ਅਹੀਮਲਕ ਦਾ ਇੱਕ ਪੁੱਤਰ ਅਬਿਆਥਾਰ ਬਚ ਕੇ ਦਾਊਦ ਕੋਲ ਪਹੁੰਚ ਗਿਆ ਅਤੇ ਉਸਨੇ ਦਾਊਦ ਨੂੰ ਦੱਸਿਆ ਕਿਸ ਤਰ੍ਹਾਂ ਸਾਊਲ ਨੇ ਸਭ ਪੁਰੋਹਿਤਾਂ ਨੂੰ ਕਤਲ ਕਰ ਦਿੱਤਾ ਹੈ। ਦਾਊਦ ਨੇ ਅਬਿਆਥਾਰ ਨੂੰ ਕਿਹਾ, ਮੈਂ ਉਸੇ ਦਿਨ ਜਾਣ ਗਿਆ ਸਾਂ ਕਿ ਅਦੋਮ ਨਿਵਾਸੀ ਦੋਏਗ ਉੱਥੇ ਹੈ ਅਤੇ ਇਹ ਜ਼ਰੂਰ ਜਾ ਕੇ ਸਾਊਲ ਨੂੰ ਖਬਰ ਕਰੇਗਾ। ਸੋ ਇਸ ਤਰ੍ਹਾਂ ਸੱਚਮੁੱਚ ਮੇਰੇ ਹੀ ਕਾਰਨ ਤੇਰੇ ਪਿਤਾ ਦਾ ਸਾਰਾ ਟੱਬਰ ਕਤਲ ਹੋਇਆ ਹੈ। ਹੁਣ ਤੂੰ ਮੇਰੇ ਨਾਲ ਇੱਥੇ ਹੀ ਰਹਿ। ਸਾਊਲ ਸਾਡੇ ਦੋਹਾਂ ਦੇ ਲਹੂ ਦਾ ਤਿਹਾਇਆ ਹੈ, ਇਸ ਲਈ ਤੂੰ ਮੇਰੇ ਕੋਲ ਸੁਰੱਖਿਅਤ ਰਹੇਗਾ। ਉਹ ਸੁਰੱਖਿਅਤ ਰਹੇਗਾ। ਸੋ ਉਸ ਨੂੰ ਦੇਖੋ ਕਿਸ ਤਰ੍ਹਾਂ ਉਸਦਾ ਦਿਮਾਗ ਘੁੰਮਿਆ ਹੈ ਕਿ ਹੁਣ ਪਾਪ ਤੋਂ ਬਾਅਦ ਪਾਪ ਕਰਦਾ ਹੀ ਚਲਿਆ ਜਾਂਦਾ ਪਿਆ, ਪਾਪ ਤੋਂ ਬਾਅਦ ਪਾਪ ਕਰਦਾ ਚਲਿਆ ਜਾਂਦਾ ਪਿਆ। ਉਸਨੂੰ ਪਤਾ ਆ ਕਿ ਲੇਵੀ ਦਾ ਖਾਨਦਾਨ ਹਥਿਆਰ ਨਹੀਂ ਚੁੱਕਦਾ, ਉਹ ਸਿਰਫ ਪ੍ਰਭੂ ਦੀ ਸੇਵਾ ਦੇ ਲਈ ਰੱਖੇਗਾ। ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਸਾਡਾ ਫਰਜ਼ ਆ। ਉਹ ਸਾਡੀਆਂ ਆਤਮਿਕ ਜ਼ਰੂਰਤਾਂ ਪੂਰੀਆਂ ਕਰਦੇ, ਅਸੀਂ ਉਹਨਾਂ ਦੀਆਂ ਦੁਨਿਆਵੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ, ਔਰ ਇਹੋ ਹੀ ਉਹਨਾਂ ਦਾ ਕੰਮ। ਉਸਨੇ ਅਹੀਮਲਕ ਦੇ ਸਾਰੇ ਟੱਬਰ ਨੂੰ ਕਤਲ ਕਰਾ ਤੇ ਜਿਸ ਲਈ ਉੱਥੇ ਵੀ ਉਹਦਾ ਮਨ ਨਹੀਂ ਭਰਿਆ ਤੇ ਫਿਰ ਉਹਨਾਂ ਦੇ ਬੱਚੇ, ਉਹਨਾਂ ਦੀਆਂ ਪਤਨੀਆਂ, ਉਹਨਾਂ ਨੂੰ ਕਤਲ ਕਰ ਦਿੱਤਾ। ਲੇਕਿਨ ਇੱਕ ਜਿਹੜਾ ਅਹੀਮਲਕ ਦਾ ਪੁੱਤਰ ਅਬਿਆਥਾਰ ਜਿਹੜਾ ਸੀਗਾ, ਉਹ ਭੱਜ ਕੇ ਉੱਥੋਂ ਬਚ ਗਿਆ। ਹੁਣ ਤੁਸੀਂ ਦੇਖਦੇ ਪਏ ਆ ਕਿ ਕਿਸ ਤਰ੍ਹਾਂ ਸਾਊਲ ਪਾਪ ਦੇ ਪਿਆਲੇ ਨੂੰ ਭਰਦਾ ਗਿਆ, ਕਿਸ ਤਰ੍ਹਾਂ ਉਹ ਪਾਪ ਦੇ ਪਿਆਲੇ ਨੂੰ ਆਪਣੇ ਨੂੰ ਭਰਦਾ ਗਿਆ, ਦਿਨ ਬ ਦਿਨ ਭਰਦਾ ਜਾ ਰਿਹਾ, ਔਰ ਕਿਸ ਤਰ੍ਹਾਂ ਉਹ ਪ੍ਰਭੂ ਦੀ ਹਜ਼ੂਰੀ ਤੋਂ ਹੁਣ ਦੂਰ ਹੋ ਰਿਹਾ, ਪ੍ਰਭੂ ਦੇ ਲੋਕਾਂ ਨੂੰ ਕਤਲ ਕਰਦਾ ਪਿਆ ਜਿਨ੍ਹਾਂ ਨੇ ਕਤਲ ਦੇ ਲਾਇਕ ਕੋਈ ਕੰਮ ਨਹੀਂ ਕੀਤਾ। ਚੱਲ ਤੂੰ ਇਹ ਮੰਨ ਲੈ ਕਿ ਅਹੀਮਲਕ ਨੇ ਉਸਨੂੰ ਤਲਵਾਰ ਦਿੱਤੀ, ਤੂੰ ਅਹੀਮਲਕ ਨੂੰ ਜੋ ਸਜ਼ਾ ਦੇਣੀ ਆ ਦੇ ਦੇ, ਪਰ ਨਿਰਦੋਸ਼ ਬੱਚਿਆਂ ਨੂੰ, ਉਹਨਾਂ ਦੀਆਂ ਪਤਨੀਆਂ ਨੂੰ, ਉਹਨਾਂ ਦੀਆਂ ਧੀਆਂ ਨੂੰ। ਸੋ ਉਸਦਾ ਇੱਕ ਪੁੱਤਰ ਦੌੜ ਕੇ ਚਲਾ ਗਿਆ ਜਿਸ ਨੇ ਅੱਖਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇਖੀਆਂ। ਸੋ ਪਰ ਉਹ ਹਾਲੇ ਵੀ ਉਸਦਾ ਜਿਹੜਾ ਉਸ ਦੇ ਹੱਥ ਦਾਊਦ ਨਹੀਂ ਆਇਆ। ਜਿੰਨੀ ਮਰਜ਼ੀ ਉਹ ਕੋਸ਼ਿਸ਼ ਕਰ ਰਿਹਾ ਦਾਊਦ ਨੂੰ ਫੜਨ ਦੇ ਲਈ, ਉਹ ਦਾਊਦ ਨੂੰ ਹਾਲੇ ਤੱਕ ਫੜ ਨਹੀਂ ਸਕਿਆ। ਜ਼ਬੂਰ 141 ਔਰ 142 ਇੱਥੇ ਆਉਂਦੇ। एक 141 और 142। ਹਾਂਜੀ, ਮੈਂ ਪੜ੍ਹਦੀ ਹਾਂ ਪਾਸਟਰ ਜੀ। ਤਰਕਾਲਾਂ ਵੇਲੇ ਦੀ ਪ੍ਰਾਰਥਨਾ। ਇਹ ਪ੍ਰਭੂ, ਮੈਂ ਤੈਨੂੰ ਪੁਕਾਰਦਾ ਹਾਂ, ਤੂੰ ਮੇਰੀ ਛੇਤੀ ਹੀ ਮਦਦ ਕਰ। ਤੂੰ ਮੇਰੇ ਪੁਕਾਰਨ ਤੇ ਮੇਰੀ ਸੁਣ। ਮੇਰੀ ਪ੍ਰਾਰਥਨਾ ਤੇਰੇ ਸਾਹਮਣੇ ਸੁਗੰਧ ਦੀ ਤਰ੍ਹਾਂ ਠਹਿਰੇ ਅਤੇ ਮੇਰੇ ਉਤਾਂਹ ਉੱਠੇ ਹੱਥ ਤਰਕਾਲਾਂ ਵੇਲੇ ਦੀ ਕੁਰਬਾਨੀ ਸਮਝੇ ਜਾਣ। ਹੇ ਪ੍ਰਭੂ, ਤੂੰ ਮੇਰੇ ਮੂੰਹ ਤੇ ਰੋਕ ਲਾ ਅਤੇ ਮੇਰੇ ਬੁੱਲ੍ਹਾਂ ਦੀ ਤੂੰ ਰਖਵਾਲੀ ਕਰ। ਮੇਰਾ ਮਨ ਬੁਰਾਈ ਵੱਲ ਨਾ ਲੱਗੇ ਕਿ ਮੈਂ ਦੁਸ਼ਟਤਾ ਦੇ ਕੰਮਾਂ ਵਿੱਚ ਲੱਗਾ ਰਹਾਂ।
ਅਤੇ ਨਾ ਹੀ ਮੈਂ ਬੁਰਿਆਂ ਦਾ ਸਾਥ ਦੇਵਾਂ ਅਤੇ ਉਹਨਾਂ ਦੇ ਸਵਾਦੀ ਭੋਜ ਖਾਵਾਂ। ਭਲਿਆਂ ਲੋਕਾਂ ਦੀ ਮਾਰ ਮੇਰੇ ਲਈ ਭਲੀ ਹੈ ਅਤੇ ਉਹਨਾਂ ਦਾ ਝਿੜਕਣਾ ਮੇਰੇ ਲਈ ਮਿੱਠਾ ਹੈ। ਪਰ ਮੈਂ ਫਿਰ ਵੀ ਉਹਨਾਂ ਦੇ ਬੁਰੇ ਕੰਮਾਂ ਵਿਰੁੱਧ ਹਮੇਸ਼ਾ ਪ੍ਰਾਰਥਨਾ ਕਰਦਾ ਰਹਾਂਗਾ। ਪਰ ਜਦੋਂ ਉਹ ਨਿਆਂ ਅਧਿਕਾਰੀਆਂ ਦੇ ਹੱਥੀਂ ਸੌਂਪੇ ਜਾਣਗੇ, ਤਦ ਉਹ ਮੰਨਣਗੇ ਕਿ ਪ੍ਰਭੂ ਦਾ ਵਚਨ ਸੱਚਾ ਹੈ। ਜਿਸ ਤਰ੍ਹਾਂ ਚਟਾਨ ਟੁੱਟ ਕੇ ਧਰਤੀ ਤੇ ਇੱਧਰ ਉੱਧਰ ਡਿੱਗ ਪੈਂਦੀ ਹੈ, ਉਸੇ ਤਰ੍ਹਾਂ ਉਹਨਾਂ ਦੀਆਂ ਹੱਡੀਆਂ ਕਬਰ ਦੇ ਇੱਧਰ ਉੱਧਰ ਡਿੱਗਣਗੀਆਂ। ਹੇ ਪ੍ਰਭੂ ਪਰਮੇਸ਼ਰ, ਮੇਰੀ ਆਸ ਤੇਰੇ ਤੇ ਹੀ ਹੈ। ਮੈਨੂੰ ਤੇਰਾ ਹੀ ਆਸਰਾ ਹੈ। ਤੂੰ ਮੇਰੀ ਰੱਖਿਆ ਕਰ। ਤੂੰ ਮੈਨੂੰ ਉਹਨਾਂ ਦੀਆਂ ਗੁਪਤ ਵਿਉਂਤਾਂ ਤੋਂ ਬਚਾ ਅਤੇ ਮੈਨੂੰ ਬੁਰਿਆਂ ਦੇ ਜਾਲ ਵਿੱਚ ਫਸਣ ਨਾ ਦੇ। ਦੁਸ਼ਟ ਆਪ ਹੀ ਆਪਣੇ ਲਾਏ ਜਾਲਾਂ ਵਿੱਚ ਫਸ ਜਾਣ, ਪਰ ਮੈਂ ਬਚ ਜਾਵਾਂ। ਸੋ ਹੁਣ ਲੋਕ ਉਸ ਦੇ ਆਲੇ ਦੁਆਲੇ ਇਕੱਠੇ ਹੋ ਰਹੇ ਆ ਗੁਫਾ ਦੇ ਵਿੱਚ। ਉੱਥੇ ਹਾਲੇ ਤੱਕ ਗੁਫਾ ਦੇ ਵਿੱਚ ਹੀ ਆ, ਹਾਲੇ ਕਿਸੇ ਪਾਸੇ ਨਿਕਲਿਆ ਨਹੀਂ। ਸੋ ਅਸੀਂ ਦੇਖਾਂਗੇ ਕਿ ਹੁਣ ਉਸ ਦੀਆਂ ਉਹ ਜਿਹੜੀਆਂ ਉਸ ਗੁਫਾ ਦੇ ਵਿੱਚ ਜਿਹੜੀਆਂ ਲੁੱਕ ਕੇ ਵਿਚਾਰਾ ਬੈਠਾ ਲੋਕ ਆ ਰਹੇ ਆ, ਗਿਣਤੀ ਵੀ ਵੱਧਦੀ ਪਈ ਉਸ ਦੇ ਨਾਲ ਆ ਰਹੇ। ਉਸ ਦੀਆਂ ਉਹ ਪ੍ਰਾਰਥਨਾ ਨੂੰ ਅਸੀਂ ਦੇਖਾਂਗੇ। ਸਿਰਫ 7 ਆਇਤਾਂ 142 ਜ਼ਬੂਰ ਦੀਆਂ, ਇਹ ਵੀ ਕੋਈ ਜਾਣ ਪੜਦੇ। ਮਦਦ ਲਈ ਪ੍ਰਾਰਥਨਾ। ਮੈਂ ਪ੍ਰਭੂ ਨੂੰ ਪੁਕਾਰਿਆ, ਮੈਂ ਉਸ ਅੱਗੇ ਆਪਣੀ ਬੇਨਤੀ ਰੱਖੀ, ਮੈਂ ਉਸ ਅੱਗੇ ਆਪਣੀਆਂ ਸਭ ਲੋੜਾਂ ਰੱਖੀਆਂ। ਮੈਂ ਆਪਣੇ ਦੁੱਖ ਦਾ ਹਾਲ ਖੋਲ ਕੇ ਉਸ ਅੱਗੇ ਰੱਖਿਆ। ਜਦੋਂ ਪ੍ਰਾਣ ਨਿਕਲਣ ਵਾਲੇ ਸਨ ਤਾਂ ਉਹ ਮੇਰੇ ਹਾਲ ਨੂੰ ਜਾਣਦਾ ਸੀ। ਜਿਸ ਰਾਹ ਤੇ ਮੈਂ ਚੱਲ ਰਿਹਾ ਸੀ, ਉਸ ਤੇ ਮੇਰੇ ਵੈਰੀਆਂ ਨੇ ਮੇਰੇ ਲਈ ਗੁਪਤ ਜਾਲ ਵਿਛਾਇਆ। ਜਦੋਂ ਮੈਂ ਆਪਣੇ ਚਾਰੇ ਪਾਸੇ ਦੇਖਿਆ ਤਾਂ ਉੱਥੇ ਮੇਰੀ ਮਦਦ ਲਈ ਕੋਈ ਨਹੀਂ ਸੀ। ਨਾ ਹੀ ਉੱਥੇ ਮੇਰਾ ਕੋਈ ਆਸਰਾ ਸੀ ਅਤੇ ਨਾ ਹੀ ਕੋਈ ਮੇਰੀ ਚਿੰਤਾ ਕਰਨ ਵਾਲਾ। ਪਰ ਮੈਂ ਪ੍ਰਭੂ ਨੂੰ ਪੁਕਾਰਿਆ, ਮੈਂ ਕਿਹਾ, ਤੂੰ ਹੀ ਮੇਰਾ ਆਸਰਾ ਹੈ। ਤੂੰ ਹੀ ਜਿਉਂਦਿਆਂ ਦੀ ਧਰਤੀ ਤੇ ਮੇਰਾ ਸਭ ਕੁਝ ਹੈ। ਇਸ ਲਈ ਤੂੰ ਮੇਰੀ ਪੁਕਾਰ ਸੁਣ, ਕਿਉਂਕਿ ਮੈਂ ਬਹੁਤ ਹੀ ਥੱਲੇ ਡਿੱਗ ਚੁੱਕਾ ਹਾਂ। ਤੂੰ ਮੈਨੂੰ ਮੇਰੇ ਵੈਰੀਆਂ ਤੋਂ ਬਚਾ, ਕਿਉਂਕਿ ਉਹ ਬਹੁਤ ਸ਼ਕਤੀਸ਼ਾਲੀ ਹਨ। ਤੂੰ ਮੈਨੂੰ ਮੇਰੇ ਦੁੱਖ ਤੋਂ ਛੁਟਕਾਰਾ ਦੇ, ਤਾਂ ਮੈਂ ਤੇਰੇ ਨਾਂ ਦਾ ਧੰਨਵਾਦ ਕਰਾਂਗਾ। ਇਸ ਤੋਂ ਭਲੇ ਲੋਕ ਖੁਸ਼ ਹੋਣਗੇ, ਕਿਉਂਕਿ ਤੂੰ ਮੇਰੇ ਨਾਲ ਭਲਾ ਵਰਤਾਓ ਕੀਤਾ ਹੈ। ਸੋ ਇਹਨਾਂ 2 ਜ਼ਬੂਰਾਂ ਤੋਂ ਬਾਅਦ 5ਵੀਂ ਆਇਤ ਜਿਹੜੀ ਹੈ, ਅਸੀਂ ਜਿਹੜਾ ਚੈਪਟਰ ਪੜਿਆ ਉਹ ਆਉਂਦੀ ਹੈ। ਔਰ ਉੱਥੇ ਇੱਕ ਨਬੀ ਆਇਆ, ਉਹ ਕਹਿੰਦਾ, ਤੂੰ ਇੱਥੇ ਲੁੱਕ ਕੇ ਬੈਠਾ ਕੀ ਕਰਦਾ ਪਿਆ? ਤੂੰ ਯਹੂਦਾ ਦੇ ਇਲਾਕੇ ਦੇ ਵਿੱਚ ਜਾ, ਉਹਨਾਂ ਨੂੰ ਤੇਰੀ ਜ਼ਰੂਰਤ। ਕਿਉਂ ਜ਼ਰੂਰਤ ਆ, ਉਹ ਹੁਣ ਅਸੀਂ ਦੇਖਾਂਗੇ। ਸੋ ਆਓ ਅਸੀਂ 23ਵਾਂ ਚੈਪਟਰ ਅਸੀਂ ਇਸ ਦੀਆਂ ਪਹਿਲੀਆਂ 13 ਆਇਤਾਂ ਦੇਖਦੇ। ਮੈਂ ਪੜ੍ਹ ਦਿੰਦੀ ਵਾਸਨੀ। ਦਾਊਦ ਦਾ ਕੈਲਾ ਨਗਰ ਨੂੰ ਬਚਾਉਣਾ। ਦਾਊਦ ਨੂੰ ਕਿਸੇ ਨੇ ਜਾ ਕੇ ਖਬਰ ਦਿੱਤੀ ਕਿ ਫਿਲਸਤੀ ਲੋਕਾਂ ਨੇ ਕੈਲਾ ਨਗਰ ਤੇ ਚੜ੍ਹਾਈ ਕੀਤੀ ਹੈ ਤੇ ਉਹ ਉੱਥੋਂ ਦੀ ਬਾਹਰ ਖਲਵਾੜਿਆਂ ਵਿੱਚ ਪਈ ਫਸਲ ਉਜਾੜ ਰਹੇ ਹਨ। ਇਸ ਸੰਬੰਧ ਵਿੱਚ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਕੀ ਮੈਂ ਜਾ ਕੇ ਫਿਲਸਤੀਆਂ ਉੱਤੇ ਹੱਲਾ ਬੋਲਾਂ? ਪ੍ਰਭੂ ਨੇ ਉੱਤਰ ਦਿੱਤਾ, ਜਾ ਕੇ ਹੱਲਾ ਬੋਲ ਅਤੇ ਕੈਲਾ ਨਗਰ ਦਾ ਬਚਾਅ ਕਰ। ਪਰ ਦਾਊਦ ਦੇ ਆਦਮੀ ਬੋਲੇ, ਸਾਡੇ ਲਈ ਇੱਥੇ ਯਹੂਦਾ ਵਿੱਚ ਪਹਿਲਾਂ ਹੀ ਕਾਫੀ ਖਤਰਾ ਹੈ। ਫਿਰ ਜੇਕਰ ਅਸੀਂ ਕੈਲਾ ਨੂੰ ਜਾ ਕੇ ਫਿਲਸਤੀਆਂ ਉੱਤੇ ਹੱਲਾ ਬੋਲਾਂਗੇ ਤਾਂ ਇਹ ਖਤਰਾ ਸਾਡੇ ਲਈ ਹੋਰ ਵੱਧ ਜਾਵੇਗਾ। ਸੋ ਦਾਊਦ ਨੇ ਫਿਰ ਪ੍ਰਭੂ ਤੋਂ ਪੁੱਛਿਆ ਅਤੇ ਪ੍ਰਭੂ ਨੇ ਉੱਤਰ ਦਿੱਤਾ, ਤੂੰ ਜਾ, ਮੈਂ ਤੈਨੂੰ ਫਿਲਸਤੀਆਂ ਉੱਤੇ ਜਿੱਤ ਦੇਵਾਂਗਾ। ਇਸ ਲਈ ਦਾਊਦ ਅਤੇ ਉਸਦੇ ਆਦਮੀਆਂ ਨੇ ਜਾ ਕੇ ਫਿਲਸਤੀਆਂ ਉੱਤੇ ਹੱਲਾ ਬੋਲ ਦਿੱਤਾ ਤੇ ਉਹਨਾਂ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਫਿਲਸਤੀਆਂ ਦਾ ਸਾਰਾ ਮਾਲ ਡੰਗਰ ਖੋਹ ਲਿਆ ਅਤੇ ਇਸ ਤਰ੍ਹਾਂ ਦਾਊਦ ਨੇ ਕੈਲਾ ਨਗਰ ਦਾ ਬਚਾਅ ਕੀਤਾ। ਅਬਿਆਥਾਰ ਦੇ ਪੁੱਤਰ ਅਹੀਮਲਕ ਨੇ ਨੱਠ ਕੇ ਦਾਊਦ ਕੋਲ ਆਉਂਦਿਆਂ ਸਮੇਂ ਆਪਣੇ ਨਾਲ ਇੱਕ ਇਫੋਦ ਲੈ ਲਿਆ ਸੀ। ਜਦੋਂ ਸਾਊਲ ਨੂੰ ਪਤਾ ਲੱਗਾ ਕਿ ਦਾਊਦ ਕੈਲਾ ਨਗਰ ਵਿੱਚ ਹੈ ਤਾਂ ਉਸਨੇ ਕਿਹਾ, ਪਰਮੇਸ਼ਰ ਨੇ ਦਾਊਦ ਨੂੰ ਮੇਰੇ ਹੱਥੀਂ ਸੌਂਪ ਦਿੱਤਾ ਹੈ, ਕਿਉਂਕਿ ਦਾਊਦ ਇੱਕ ਇਹੋ ਜਿਹੇ ਨਗਰ ਵਿੱਚ ਆਇਆ ਹੈ ਜਿਸ ਦੀ ਉੱਚੀ 4 ਦੀਵਾਰੀ ਅਤੇ ਫਾਟਕ ਹਨ। ਉਹ ਇਸ ਵਿੱਚ ਫਸ ਗਿਆ। ਇਸ ਲਈ ਸਾਊਲ ਨੇ ਆਪਣੀ ਸੈਨਾ ਇਕੱਠੀ ਕਰਕੇ ਕੈਲਾ ਉੱਤੇ ਹੱਲਾ ਬੋਲ ਦਿੱਤਾ ਕਿ ਉਹ ਦਾਊਦ ਨੂੰ ਗ੍ਰਿਫਤਾਰ ਕਰ ਲਵੇ। ਜਦੋਂ ਦਾਊਦ ਨੂੰ ਪਤਾ ਲੱਗਾ ਕਿ ਸਾਊਲ ਉਸਨੂੰ ਫੜਨ ਲਈ ਕੈਲਾ ਉੱਤੇ ਹੱਲਾ ਬੋਲ ਰਿਹਾ ਹੈ ਤਾਂ ਉਸਨੇ ਪੁਰੋਹਿਤ ਅਬਿਆਥਾਰ ਨੂੰ ਕਿਹਾ, ਤੂੰ ਫੌਜ ਇੱਥੇ ਲੈ ਆ। ਤਦ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਹੇ ਇਸਰਾਇਲ ਦੇ ਪ੍ਰਭੂ ਪਰਮੇਸ਼ਰ, ਮੈਨੂੰ ਪਤਾ ਲੱਗਾ ਹੈ ਕਿ ਸਾਊਲ ਤੇਰੇ ਇਸ ਸੇਵਕ ਦੇ ਕਾਰਨ ਇਸ ਸ਼ਹਿਰ ਨੂੰ ਤਬਾਹ ਕਰਨ ਆ ਰਿਹਾ ਹੈ। ਸੋ ਕੀ ਕੈਲਾ ਦੇ ਲੋਕ ਮੈਨੂੰ ਉਸਦੇ ਹੱਥੀਂ ਸੌਂਪ ਦੇਣਗੇ? ਕੀ ਸਾਊਲ ਸੱਚਮੁੱਚ ਇੱਥੇ ਆ ਰਿਹਾ ਹੈ? ਹੇ ਇਸਰਾਇਲ ਦੇ ਪ੍ਰਭੂ ਪਰਮੇਸ਼ਰ, ਤੂੰ ਮੈਨੂੰ ਉੱਤਰ ਦੇ। ਪ੍ਰਭੂ ਨੇ ਉੱਤਰ ਦਿੱਤਾ, ਹਾਂ, ਸਾਊਲ ਆ ਰਿਹਾ ਹੈ। ਦਾਊਦ ਨੇ ਪੁੱਛਿਆ, ਕੀ ਕੈਲਾ ਦੇ ਲੋਕ ਮੈਨੂੰ ਉਸਦੇ ਹੱਥੀਂ ਸੌਂਪ ਦੇਣਗੇ? ਪ੍ਰਭੂ ਨੇ ਉੱਤਰ ਦਿੱਤਾ, ਹਾਂ, ਉਹ ਇਸੇ ਤਰ੍ਹਾਂ ਕਰਨਗੇ। ਇਸ ਲਈ ਦਾਊਦ ਆਪਣੇ ਕੋਈ 600 ਆਦਮੀਆਂ ਨਾਲ ਕੈਲਾ ਨਗਰ ਨੂੰ ਛੱਡ ਕੇ ਅੱਗੇ ਵਧ ਗਿਆ। ਸਾਊਲ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ
ਕਿ ਦਾਊਦ ਕੈਲਾ ਤੋਂ ਬਚ ਕੇ ਚਲਾ ਗਿਆ ਹੈ, ਤਾਂ ਉਸਨੇ ਆਪਣਾ ਕੈਲਾ ਨਗਰ ਦਾ ਕੀਤਾ ਘੇਰਾ ਛੱਡ ਛੱਡ ਦਿੱਤਾ। ਦਿੱਤਾ। ਆਮੀਨ। ਸੋ ਹੁਣ ਹਾਂ ਆਮੀਨ। ਸੋ ਹੁਣ ਆਓ ਅਸੀਂ ਦੇਖੋ ਕਿਸ ਤਰ੍ਹਾਂ ਕਿੰਨਾ ਦੇਖੋ ਕਿੰਨਾ ਨੇੜੇ ਦਾ ਰਿਸ਼ਤਾ ਹੈ। ਸਿਰਫ ਇਹ ਚੀਜ਼ ਦੇਖਣ, ਕਿੰਨਾ ਨੇੜੇ ਦਾ ਰਿਸ਼ਤਾ ਕਿ ਪ੍ਰਭੂ ਦੇ ਨਾਲ ਉਹ ਪ੍ਰਭੂ ਤੋਂ ਸਵਾਲ ਏਦਾਂ ਪੁੱਛਦਾ ਪਿਆ ਕਿ ਜਿੱਦਾਂ ਪ੍ਰਭੂ ਉਹਦੇ ਸਾਹਮਣੇ ਬੈਠਾ, ਉਹਦੇ ਸਾਹਮਣੇ ਬੈਠਾ। ਪ੍ਰੋਹਤ ਵੀ ਉਹਦੇ ਲਈ ਸਵਾਲ ਪੁੱਛਦਾ ਪਿਆ, ਇੱਕ ਦੋ ਵਾਰੀ ਪ੍ਰੋਹਤ ਨੇ ਵੀ ਪੁੱਛੇ, ਪਰ ਦਾਊਦ ਸਿੱਧੇ ਸਵਾਲ ਪ੍ਰਭੂ ਨੂੰ ਕਰਦਾ। ਕੀ ਉਹ ਸੱਚਮੁੱਚ ਆ ਰਿਹਾ? ਹਾਂ ਉਹ ਆ ਰਿਹਾ। ਕੀ ਉਹ ਤੈਨੂੰ ਮਾਰ ਦੇਵੇਗਾ? ਹਾਂ ਇਹ ਲੋਕ ਤੈਨੂੰ ਫੜਾ ਦੇਣਗੇ, ਫੜਾ ਦੇਣਗੇ। ਉਹਨਾਂ ਨੇ ਆਪਣੀ ਜਾਨ ਬਚਾਉਣੀ, ਉਹਨਾਂ ਨੇ ਆਪਣੀ ਜਾਨ ਬਚਾਉਣੀ। ਲੇਕਿਨ ਦੇਖੋ ਕਿ ਪ੍ਰਭੂ ਨੇ ਦਾਊਦ ਨੂੰ ਦੱਸ ਦਿੱਤਾ ਕਿ ਉਹਦੇ ਦਿਮਾਗ ਦੇ ਵਿੱਚ ਇੱਕ ਸੀ ਕਿ ਮੈਂ ਭਲਾਈ ਕੀਤੀ ਹੈ, ਮੈਂ ਸਾਊਲ ਦੇ ਨਾਲ ਭਲਾਈ ਕੀਤੀ। ਉਸਨੇ ਕਿਹਾ ਕਿ ਦੇਖ, ਉਸਨੇ ਕੈਲਾ ਦੇ ਇਲਾਕੇ ਦੇ ਉੱਤੇ ਫਿਲਿਸਤੀਆਂ ਦਾ ਹਮਲਾ ਕਰਵਾ ਦਿੱਤਾ। ਉਹਨਾਂ ਦੀ ਆ ਕੇ ਫਸਲ ਹੀ ਲੁੱਟਣ ਆਉਂਦੇ ਸੀ, ਹੋਰ ਤਾਂ ਕੁਛ ਨਹੀਂ ਸੀ। ਉਹਨਾਂ ਨੂੰ ਏਰੀਆ ਦੀ ਵੀ ਜ਼ਰੂਰਤ ਨਹੀਂ ਸੀ, ਉਹ ਫਸਲ ਲੁੱਟ ਕੇ ਲੈ ਜਾਂਦੇ ਸੀਗੇ। ਬਾਕੀ ਬਸਤੀ ਨੂੰ ਜੇ ਉਹ ਅੱਗਿਓਂ ਲੜਦੇ ਸੀ ਤਾਂ ਬਾਕੀ ਬਸਤੀ ਨੂੰ ਉਹ ਹੱਕ ਲਾ ਦਿੰਦੇ ਸੀ। ਇਹ ਉਹ ਕਰਦੇ ਸੀ। ਜੋ ਉਹਨਾਂ ਨੇ ਦਾਣੇ ਦੂਣੇ ਕੱਢੇ ਹੁੰਦੇ ਸੀ ਉਹ ਸਾਰੇ ਉਹ ਚੁੱਕ ਕੇ ਲੈ ਜਾਂਦੇ ਸੀ। ਉਸਨੇ ਕਿਹਾ ਜਾ ਕੇ ਉਹਨਾਂ ਦਾ ਬਚਾਅ ਕਰ। ਸੋ ਦਾਊਦ ਨੇ ਜਾ ਕੇ ਉਹਨਾਂ ਦਾ ਬਚਾਅ ਕੀਤਾ। ਬਸਤੀ ਦੌੜ ਗਏ, ਸਭ ਕੁਝ ਛੱਡ ਕੇ ਉਹਨਾਂ ਨੂੰ ਦੌੜਨਾ ਪਿਆ। ਜੋ ਕੁਛ ਉਹਨਾਂ ਕੋਲ ਆਪਣੇ ਕੋਲ ਸੀਗਾ ਉਹ ਵੀ ਪ੍ਰਭੂ ਨੇ ਸਾਰਾ ਉਹ ਛੱਡ ਕੇ ਦੌੜਨਾ ਪਿਆ। ਸਾਰੀ ਚੀਜ਼ ਉਹਨਾਂ ਨੂੰ ਛੱਡ ਕੇ ਦੌੜਨੀ ਪਈ। ਲੇਕਿਨ ਜਿਸ ਵੇਲੇ ਸਾਊਲ ਨੂੰ ਇਸ ਚੀਜ਼ ਦਾ ਪਤਾ ਲੱਗਾ, ਉਸਨੇ ਕਿਹਾ ਕੈਲਾ ਨਗਰ ਦੇ ਆਲੇ ਦੁਆਲੇ ਜਿਹੜਾ ਹੈਗੀ ਕੰਧ ਉਹ ਫਸ ਗਿਆ। ਲੇਕਿਨ ਦਾਊਦ ਨੂੰ ਵੀ ਪਤਾ ਲੱਗ ਗਿਆ ਕਿ ਸਾਊਲ ਆ ਗਿਆ। ਉਸਨੇ ਪ੍ਰਭੂ ਨੂੰ ਕਿਹਾ ਕਿ ਇਹਦੇ ਆਲੇ ਦੁਆਲੇ ਕੰਧ ਆ, ਪਰ ਕੀ ਇਹ ਲੋਕ ਮੈਨੂੰ ਬਚਾ ਕੇ ਰੱਖਣਗੇ ਕਿ ਮੈਨੂੰ ਫੜਾ ਦੇਣਗੇ? ਪ੍ਰਭੂ ਨੇ ਕਿਹਾ ਮੈਂ ਤੈਨੂੰ ਫੜਾ ਦੇਣਾ। ਜੋ ਤੂੰ ਇਹਨਾਂ ਤੇ ਭਲਾਈ ਕੀਤੀ ਹੈ ਨਾ, ਇਹ ਵੀ ਨਾ ਸ਼ੁਕਰੀਆ। ਪ੍ਰਭੂ ਸਿਰਫ ਤੇ ਸਿਰਫ ਉਹਦਾ ਸਾਰਾ ਧਿਆਨ ਆਪਣੇ ਉੱਤੇ ਲਿਆ, ਉਹਦਾ ਸਾਰਾ ਭਰੋਸਾ ਆਪਣੇ ਉੱਤੇ ਲਿਆ। ਤੂੰ ਮੇਰੇ ਤੇ ਭਰੋਸਾ ਕਰ, ਕਿਉਂਕਿ ਮੈਂ ਭਰੋਸੇ ਦੇ ਯੋਗ ਸਿਰਫ ਮੈਂ। ਅਸੀਂ ਇੱਥੇ 2 ਜ਼ਬੂਰ ਅਸੀਂ ਪੜਾਂਗੇ। ਭਜਨ 140, ਜਿਸ ਲਈ ਪ੍ਰਭੂ ਨੇ ਉਸ ਨੂੰ ਜਿੱਤ ਦਿੱਤੀ। ਭਜਨ 131, ਭਜਨ 140 और ਭਜਨ 131। ਮੈਂ ਪਾਸਟਰ ਜੀ ਪੜ੍ਹ ਦਿੰਦਾ ਜੀ। ਸੁਰੱਖਿਆ ਲਈ ਪ੍ਰਾਰਥਨਾ। हे ਪ੍ਰਭੂ, ਮੈਨੂੰ ਬੁਰੇ ਲੋਕਾਂ ਤੋਂ ਬਚਾ, ਤੂੰ ਮੈਨੂੰ ਹਿੰਸਾਤਮਕ ਲੋਕਾਂ ਤੋਂ ਸੁਰੱਖਿਅਤ ਰੱਖ। ਉਹ ਹਰ ਸਮੇਂ ਆਪਣੇ ਦਿਲ ਵਿੱਚ ਬੁਰੀਆਂ ਵਿਉਂਤਾਂ ਬਣਾਉਂਦੇ ਹਨ ਅਤੇ ਹਰ ਸਮੇਂ ਝਗੜਿਆਂ ਲਈ ਕਾਰਨ ਲੱਭਦੇ ਹਨ। ਉਹਨਾਂ ਦੀਆਂ ਜੀਭਾਂ ਸੱਪ ਦੇ ਡੰਗ ਦੀ ਤਰ੍ਹਾਂ ਤੇਜ਼ ਅਤੇ ਉਹਨਾਂ ਦੀਆਂ ਗੱਲਾਂ ਜ਼ਹਿਰ ਭਰੀਆਂ ਹਨ। हे ਪ੍ਰਭੂ, ਦੁਸ਼ਟਾਂ ਦੇ ਹੱਥੋਂ ਮੇਰਾ ਬਚਾਅ ਕਰ। ਤੂੰ ਮੈਨੂੰ ਹਿੰਸਾਤਮਕ ਲੋਕਾਂ ਤੋਂ ਸੁਰੱਖਿਅਤ ਰੱਖ, ਜੋ ਮੈਨੂੰ ਪਿਛਾਂਹ ਖਿੱਚਣ ਦੀਆਂ ਵਿਉਂਤਾਂ ਕਰਦੇ ਹਨ। ਹੰਕਾਰੀਆਂ ਨੇ ਮੇਰੇ ਲਈ ਲੁਕੇ ਰੂਪ ਵਿੱਚ ਵਾਹੀਆਂ ਲਾ ਰੱਖੀਆਂ ਹਨ। ਉਹਨਾਂ ਮੇਰੇ ਲਈ ਜਾਲ ਵਿਛਾ ਰੱਖੇ ਹਨ ਅਤੇ ਰਾਹ ਵਿੱਚ ਉਹਨਾਂ ਫੰਦੇ ਲਾਏ ਹਨ। ਮੈਂ ਕਿਹਾ, ਤੂੰ ਮੇਰਾ ਪਰਮੇਸ਼ਵਰ ਹੈ, ਤੂੰ ਮੇਰੀ ਬੇਨਤੀ ਤੇ ਆਪਣਾ ਕੰਨ ਲਾ। हे ਪ੍ਰਭੂ, हे ਮੇਰੇ ਪ੍ਰਭੂ ਪਰਮੇਸ਼ਵਰ, ਮੇਰੇ ਬਲੀ ਮੁਕਤੀਦਾਤਾ, ਤੂੰ ਯੁੱਧ ਦੇ ਵਿੱਚ ਮੇਰਾ ਬਚਾਅ ਕੀਤਾ ਹੈ। हे ਪ੍ਰਭੂ, ਤੂੰ ਦੁਸ਼ਟਾਂ ਦੀਆਂ ਤਮੰਨਾਵਾਂ ਪੂਰੀਆਂ ਨਾ ਹੋਣ ਦੇ। ਮੇਰੇ ਘੇਰਨ ਵਾਲਿਆਂ ਨੇ ਆਪਣੇ ਸਿਰ ਉੱਚੇ ਕੀਤੇ ਹਨ, ਪਰ ਤੂੰ ਉਹਨਾਂ ਦੀ ਸ਼ਰਾਰਤ ਉਹਨਾਂ ਦੇ ਉੱਤੇ ਪਾ ਦੇ। ਬਲ ਦੇ ਅੰਗਾਰ ਉਹਨਾਂ ਦੇ ਉੱਤੇ ਆ ਪੈਣ, ਉਹ ਟੋਏ ਵਿੱਚ ਡਿੱਗ ਪੈਣ ਅਤੇ ਫਿਰ ਬਾਹਰ ਨਾ ਨਿਕਲ ਸਕਣ। ਨਿੰਦਕ ਧਰਤੀ ਤੇ ਕਦੀ ਵੀ ਸਥਿਰ ਨਾ ਹੋਣ, ਉਹ ਹਿੰਸਾਤਮਕ ਬੁਰਾਈ ਦੇ ਸ਼ਿਕਾਰ ਹੋ ਜਾਣ। ਮੈਂ ਜਾਣਦਾ ਹਾਂ, हे ਪ੍ਰਭੂ, ਤੂੰ ਦੁਖੀਆਂ ਦੀ ਦੇਖਭਾਲ ਕਰਦਾ ਹੈ ਅਤੇ ਲੋੜਵੰਦਾਂ ਦਾ ਨਿਆਂ ਕਰਦਾ ਹੈ। ਸੱਚਮੁੱਚ ਭਲੇ ਲੋਕ ਮੇਰਾ ਧੰਨਵਾਦ ਕਰਨਗੇ ਅਤੇ ਸੱਚਿਆਰ ਤੇਰੀ ਸੰਗਤ ਮੰਨਣਗੇ। ਸੋ ਉਹ ਇਸ ਵੇਲੇ ਉਸ ਨੂੰ ਪਤਾ ਕਿ ਮੇਰੇ ਆਲੇ ਦੁਆਲੇ ਘੇਰਾ ਪੈ ਰਿਹਾ, ਔਰ ਜਿਸ ਲਈ ਉਸ ਨੂੰ ਇਹ ਪਤਾ ਲੱਗ ਗਿਆ ਘੇਰਾ ਪੈ ਰਿਹਾ, ਤੇ ਉਸਨੇ ਪ੍ਰਭੂ ਦੇ ਅੱਗੇ ਇਹ ਦੁਆ ਕੀਤੀ। ਇਹ ਉਸ ਦੀ ਦੁਆ ਹੈ। ਔਰ ਫਿਰ ਪ੍ਰਭੂ ਨੇ ਉਸ ਨੂੰ ਜਵਾਬ ਦਿੱਤਾ ਕਿ ਤੂੰ, ਇਹਨਾਂ ਲੋਕਾਂ ਨੇ ਤੈਨੂੰ ਫੜਾ ਦੇਣਾ, ਤੂੰ ਇੱਥੋਂ ਚਲਾ ਜਾ।
ਫਿਰ ਇੱਕ ਉਸਨੇ ਛੋਟੀ ਜਿਹੀ ਸ਼ੁਕਰਗੁਜ਼ਾਰੀ ਕਰਕੇ ਉਹ ਉੱਥੋਂ ਚੱਲ ਪਿਆ। ਔਰ ਉਹ ਛੋਟੀ ਜਿਹੜੀ ਸ਼ੁਕਰਗੁਜ਼ਾਰੀ ਆ ਉਹ ਜ਼ਬੂਰ 131 ਜ਼ਬੂਰ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਜੀ ਮੇਰੀ ਭੈਣ। ਭਰੋਸੇ ਲਈ ਪ੍ਰਾਰਥਨਾ। हे ਪ੍ਰਭੂ, ਮੇਰਾ ਮਨ ਹੰਕਾਰੀ ਨਹੀਂ, ਨਾ ਹੀ ਮੇਰੀਆਂ ਅੱਖਾਂ ਵਿੱਚ ਘਮੰਡ ਹੈ। ਮੈਂ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਨਹੀਂ ਲਾਉਂਦਾ ਜੋ ਮੇਰੇ ਲਈ ਬਹੁਤ ਵੱਡੀਆਂ ਜਾਂ ਅਚਰਜ ਹਨ। ਮੈਂ ਉਸ ਤਰ੍ਹਾਂ ਸ਼ਾਂਤ ਅਤੇ ਚੁੱਪ ਹਾਂ ਜਿਸ ਤਰ੍ਹਾਂ ਦੁੱਧ ਛਡਾਇਆ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਹੈ। ਮੇਰਾ ਮਨ ਮੇਰੇ ਅੰਦਰ ਠੀਕ ਉਸੇ ਵਰਗਾ ਹੈ। हे ਇਜ਼ਰਾਈਲ, ਪ੍ਰਭੂ ਤੇ ਹਮੇਸ਼ਾ ਭਰੋਸਾ ਰੱਖ। ਆਮੀਨ। ਸੋ ਇਸ ਦੀ ਛੋਟੀ ਜੀ ਪ੍ਰਭੂ ਦੀ ਸ਼ੁਕਰਗੁਜ਼ਾਰੀ ਦੀ ਦੁਆ ਕਰਕੇ ਉਹ ਦੁੱਧ ਨੇ ਪਲਦੇ ਹੀ ਬੱਚੇ ਉੱਥੋਂ ਚੱਲ ਪਿਆ। ਸਭ ਕੁਝ ਮਿਲਦਾ ਹੈ। ਪ੍ਰਭੂ ਦੇ ਭਜਨਾਂ ਨੂੰ ਦੇਖਦੇ ਹਾਂ, ਪ੍ਰਭੂ ਦੇ ਵਚਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਤੇ ਇਹ ਸਾਰੀਆਂ ਚੀਜ਼ਾਂ ਜੁੜੀਆਂ ਆ ਇੱਕ ਦੂਜੇ ਦੇ ਨਾਲ। ਇਹਨਾਂ ਸਾਰਿਆਂ ਦੇ ਅਰਥ ਆ। ਇਹ ਨਹੀਂ ਹੈਗਾ ਕਿ ਦਾਊਦ ਨੇ ਕਿਹਾ ਕਿ ਹੁਣ ਭਜਨ ਲਿਖਣੇ ਚਾਹੀਦੇ ਆ, ਇੱਕ ਦਿਨ ਉਸਨੇ ਸੋਚ ਲਿਆ। ਨਹੀਂ, ਇਹ ਉਸਦੀਆਂ ਦੁਆਵਾਂ ਆ ਜਿਸ ਲਈ ਉਹ ਫਸਿਆ ਹੁੰਦਾ ਸੀ, ਜਿਸ ਵੇਲੇ ਉਹ ਦੁੱਖ ਦੇ ਵਿੱਚ ਹੁੰਦਾ ਸੀ, ਜਿਸ ਵੇਲੇ ਉਸਦੀ ਤਰਾ ਜਿਸ ਲਈ ਉਸਦੀ ਜਾਨ ਕੰਬਦੀ ਪਈ। ਉਹ ਕਿਸੇ ਇੱਕ ਗੁਫਾ ਨੂੰ ਵੀ ਆਪਣਾ ਘਰ ਨਹੀਂ ਕਹਿ ਸਕਦਾ। ਉਹ ਅੱਜ ਇੱਥੇ ਹੈ ਤੇ ਕੱਲ ਨੂੰ ਉੱਥੇ ਹੈ, ਪਰਸੋਂ ਨੂੰ ਇੱਥੇ ਤੇ ਅਗਲੇ ਦਿਨ ਉੱਥੇ ਹੈ। ਸਾਊਲ ਹੁਣ ਉਹ ਬਿਲਕੁਲ ਉਸਦੇ ਪਿੱਛੇ ਪਿਆ। ਸਾਊਲ ਸੈਨਾ ਲੈ ਕੇ ਉਸਦੇ ਪਿੱਛੇ ਪਿਆ ਆ। ਜਿੱਧਰ ਨੂੰ ਉਹ ਜਾਂਦਾ ਉਧਰ ਨੂੰ ਚਲਾ ਗਿਆ। ਹੁਣ ਸਾਊਲ ਨੂੰ ਪਤਾ ਲੱਗ ਗਿਆ ਕਿ ਕੈਲਾ ਦੇ ਇਲਾਕੇ ਦੇ ਵਿੱਚੋਂ ਉਹ ਨਿਕਲ ਗਿਆ। ਉੱਥੇ ਜਿਹੜੇ ਬੰਦੇ ਆ ਦਾਊਦ, ਉਹਨਾਂ ਨੂੰ ਉਸਨੇ ਕੀ ਕਰਨਾ? ਉਹ ਤਾਂ ਸਿਰਫ ਦਾਊਦ ਦੇ ਪਿੱਛੇ ਪਿਆ ਆ ਨਾ। ਔਰ ਜਿਸ ਵੇਲੇ ਸਾਊਲ ਨੂੰ ਪਤਾ ਲੱਗਾ ਕਿ ਉੱਥੋਂ ਨਿਕਲ ਗਿਆ, ਪਰ ਪ੍ਰਭੂ ਨੇ ਉਸਨੂੰ ਉੱਥੋਂ ਬਚਾ ਕੇ, ਔਰ ਪ੍ਰਭੂ ਉਸਨੂੰ ਜਿਹੜੀ ਚੀਜ਼ ਸਿਖਾ ਰਿਹਾ ਕਿ ਤੂੰ ਸਿਰਫ ਮੇਰੇ ਸਿਵਾਏ ਹੋਰ ਕਿਸੇ ਤੇ ਭਰੋਸਾ ਨਹੀਂ ਕਰ ਸਕਦਾ। ਮੇਰੇ ਤੋਂ ਸਿਵਾਏ ਤੂੰ ਹੋਰ ਕਿਸੇ ਤੇ ਭਰੋਸਾ ਨਹੀਂ ਕਰ ਸਕਦਾ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਤੇਰੇ ਵਚਨ ਦੇ ਲਈ। ਇਸ ਦੇ ਵਿੱਚ ਕਿੰਨਾ ਪ੍ਰਭੂ ਜੀ ਸਾਫ਼ ਸਾਨੂੰ ਦਿਖਾਈ ਦਿੰਦਾ ਕਿ ਪ੍ਰਭੂ ਕਿਸ ਤਰ੍ਹਾਂ ਸਾਡੇ ਨਾਲ ਚੱਲਦਾ, ਕਿਸ ਤਰ੍ਹਾਂ ਉਸਦੀ ਚੁੱਪੀ, ਔਰ ਕਿਸ ਤਰ੍ਹਾਂ ਜਿਸ ਲਈ ਉਸਦਾ ਬੋਲ ਸਾਡਿਆਂ ਦਿਲਾਂ ਦੇ ਵਿੱਚ ਬੋਲਦੇ, ਕਿਸ ਤਰ੍ਹਾਂ ਉਸਦਾ ਸਾਥ ਸਾਡੇ ਨਾਲ ਚੱਲਦਾ, ਕਿਸ ਤਰ੍ਹਾਂ ਉਹ ਸਾਡਾ ਬਚਾਅ ਕਰਦਾ, ਔਰ ਕਿਸ ਤਰ੍ਹਾਂ ਪ੍ਰਭੂ ਜੀ ਉਹ ਵੈਰੀਆਂ ਨੂੰ ਹਾਰ ਦਿੰਦਾ। ਦੇਸ਼ ਦੇ ਵੈਰੀਆਂ ਨੂੰ ਪ੍ਰਭੂ ਜੀ ਉਸਨੇ ਹਾਰ ਦਿੱਤੀ, ਫਿਲਸਤੀਆਂ ਤੋਂ ਹਾਰ ਦਿੱਤੀ। ਕੈਲਾ ਦੇ ਲੋਕ ਪ੍ਰਭੂ ਜੀ ਕਮਜ਼ੋਰ ਸੀਗੇ, ਉਹਨਾਂ ਵਿਚਾਰਿਆਂ ਦੇ ਕੋਲ ਕੀ ਸੀ ਕਿ ਉਹ ਸਾਊਲ ਦੇ ਨਾਲ ਲੜ ਸਕਣ। ਔਰ ਇਹ ਵੀ ਆਮ ਖਬਰ ਹੋ ਚੁੱਕੀ ਸੀ ਕਿ ਸਾਊਲ ਨੇ ਤਾਂ ਲੇਵੀ ਖਾਨਦਾਨ ਦੇ ਪੁਰੋਹਿਤ ਨਹੀਂ ਛੱਡੇ, ਪਾਗਲ ਹੋ ਚੁੱਕਾ। ਤੇ ਪ੍ਰਭੂ ਜੀ ਤੂੰ ਕੈਲਾ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਬਚਾਇਆ, ਉਹਨਾਂ ਨੂੰ ਪ੍ਰਭੂ ਜੀ ਤੂੰ ਦਾਊਦ ਦੀ ਮਦਦ ਨਾਲ ਬਚਾਇਆ। ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ, ਤੂੰ ਇਸੇ ਤਰ੍ਹਾਂ ਸਾਡੇ ਨਾਲ ਕੰਮ ਕਰਦਾ, ਸਾਡੀ ਜ਼ਿੰਦਗੀ 'ਚ ਤੂੰ ਇਸੇ ਤਰ੍ਹਾਂ ਹੀ ਕੰਮ ਕਰਦਾ। ਹਰ ਰੋਜ਼ ਨਹੀਂ, ਹਰ ਪਲ ਤੂੰ ਸਾਡੇ ਨਾਲ, ਪਲ ਪਲ, ਜਿਸ ਤਰ੍ਹਾਂ ਪ੍ਰਭੂ ਜੀ ਜਿੱਥੇ ਜਿੱਥੇ ਸਾਨੂੰ ਲੋੜ ਪੈਂਦੀ ਉੱਥੇ ਪਹੁੰਚਦਾ। ਕਈ ਚੀਜ਼ਾਂ ਪ੍ਰਭੂ ਜੀ ਐਸੀਆਂ ਆ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ, ਕਈ ਕੰਡੇ ਐਸੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ, ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਤੂੰ ਸਾਡੇ ਰਸਤੇ ਤੋਂ ਸਾਫ਼ ਕਰ ਦਿੱਤੇ। ਤੂੰ ਮਹਾਨ ਪਰਮੇਸ਼ਵਰ, ਤੂੰ ਦਿਆਲੂ, ਤੂੰ ਭਲਾ ਹੈ। ਪਿਆਰੇ ਪ੍ਰਭੂ, ਅਸੀਂ ਦਾਊਦ ਦੀ ਤਰ੍ਹਾਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਛੱਡ ਦਿੰਦੇ, ਸਰੀਰਾਂ ਨੂੰ ਤੰਦਰੁਸਤੀ ਦੇ, ਮਨ ਨੂੰ ਸਥਿਰ ਕਰੇ, ਔਰ ਆਤਮਾ ਦੇ ਵਿੱਚ ਪ੍ਰਭੂ ਜੀ ਆਪਣੀ ਹਜ਼ੂਰੀ ਦੇ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖਣ ਔਰ ਆਪਣੀ ਹਜ਼ੂਰੀ ਦੇ ਵਿੱਚ ਬਣਾ ਕੇ ਰੱਖੇ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕਹਿਣ। ਕੱਲ ਨੂੰ ਆਪਾਂ ਇੱਥੋਂ ਅੱਗੇ ਵਧਾਂਗੇ ਔਰ ਕੱਲ ਨੂੰ ਅਸੀਂ ਸਾਮ 13, 54, 17 ਔਰ ਸਾਮ ਜ਼ਬੂਰ 7 ਔਰ ਅਸੀਂ ਦੇਖਾਂਗੇ। ਔਰ ਉਹ ਵੀ ਬੇਸਿਕਲੀ ਸਾਰੇ ਜਿਹੜੇ ਜ਼ਬੂਰ ਆ ਉਹ ਦਾਊਦ ਦੀਆਂ ਦੁਆਵਾਂ ਆ। ਤੇ ਮੈਂ ਦੁੱਖ ਦੇ ਵਿੱਚ ਆ, ਸ਼ੁਕਰਗੁਜ਼ਾਰੀ ਹੈ ਜਿਸ ਲਈ ਉਹ ਕੱਢ ਕੇ ਉਸਨੂੰ ਲੈ ਜਾਂਦਾ। ਫਿਰ ਦੁਆ ਆ, ਫਿਰ ਸ਼ੁਕਰਗੁਜ਼ਾਰੀ ਹੈ ਜਿਸ ਲਈ ਉਸਨੂੰ ਉੱਥੋਂ ਕੱਢ ਕੇ ਲੈ ਜਾਂਦਾ। ਸੋ ਇਸ ਅਮੇਜ਼ਿੰਗ ਇਹ ਯਾਤਰਾ ਦੇ ਜ਼ਬੂਰ ਆ, ਸਾਰੇ ਜ਼ਿੰਦਗੀ ਦੀ ਯਾਤਰਾ ਦੇ ਜ਼ਬੂਰ। ਪ੍ਰਭੂ ਤੁਹਾਡੇ ਸਭ ਦੇ ਨਾਲ ਬਣਿਆ ਰਹੇ।